ਤੁਹਾਡੇ ਦਿਮਾਗ ਵਿੱਚ ਅਜਿਹਾ ਕੀ ਆਇਆ ਵੀ ਜਦੋਂ ਤੁਸੀਂ ਮੂਵੀ ਦੇਖੀ ਤਾਂ ਤੁਸੀਂ ਸੋਚਿਆ कि मैं तो ये करना है? मैंने पापा से पूछा कि पापा हम एवरेस्ट जा सकते हैं, लाइक 16 इयर्स एज ऑफ अबव वहाँ पे जाना अलाउड है। ਤੁਹਾਡੇ ਦਿਮਾਗ 'ਚ ਕੀ ਜਾਗ ਗਿਆ ਵੀ ਮੇਰੀ ਬੇਟੀ ਨੇ ਮੈਨੂੰ ਇਹ ਕੀ ਕਿਹਾ? ਮੈਨੂੰ ਪਤਾ ਸੀ ਸਾਨਵੀ 'ਚ ਇੰਨੀ ਹੈ ਕਿ ਸਾਨਵੀ ਕੁਝ ਕਰ ਸਕਦੀ ਹੈ, ਸਾਨਵੀ ਅਨੋਖੀ ਹੈ ਤੇ ਹਰ ਬੰਦੇ ਨੇ ਕਿਹਾ ਨਹੀਂ ਇਹ ਪੋਸੀਬਲ ਨਹੀਂ ਹੈ, ਨਾ ਜਾਓ, ਰਿਸਕ ਹੈ, ਬੜੀ ਛੋਟੀ ਹੈ, ਸਿਰਫ 7 ਸਾਲ ਦੀ ਹੈ। ਤੇ ਮੈਨੂੰ ਐਂ ਲੱਗਦਾ 7 ਸਾਲ, ਮੈਂ ਉਸ ਟਾਈਮ ਮੈਨੂੰ 7 ਸਾਲ ਦੀ ਬਹੁਤ ਵੱਡੀ ਸਮਝਦਾ ਸੀਗਾ। 7 ਸਾਲ ਦੀ ਹੋ ਗਈ ਹੈ, ਹੁਣ ਨਹੀਂ ਕਰੂੰਗੀ ਤਾਂ ਕਦੋਂ ਕਰੂੰਗੀ। हर सफ़र पे आपके पापा आपके साथ रहते हैं तो वो एक्सपीरियंस आपके लिए कैसा रहता है? जब पापा होते हैं तब डर कम लगता है और लाइक सपोर्ट बहुत ज़्यादा मेरे पापा करते हैं। आपको टीम के साथ अकेला जाना पड़ा था, है ना? तो तब आपने माइंड में सोचा होगा कि मैं क्या करूं, है ना, कि फादर साथ नहीं जा रहे हैं। बहुत सैड फील हुआ कि पापा आ नहीं रहे, पर मैंने अपने आप को मोटिवेट किया और मैंने ये सोचा कि बस अब पास रह गया है, हिम्मत मारनी है और मैं ऐसी बढ़ती रही। ਮੈਨੂੰ ਲੱਗਦਾ ਹੈ ਅਗਰ ਕੰਮ ਕਰਨਾ ਹੈ ਤਾਂ ਫਿਰ ਕੁਝ ਬਾਹਰ ਨਿਕਲ ਕੇ ਆਉਣਾ ਪੈਂਦਾ ਹੈ जी। ਫਿਰ ਉਮਰ ਨੂੰ ਤੁਸੀਂ ਕਿਸੇ ਨਾਲ ਮੈਜ਼ਰ ਨਾ ਕਰੋ। सानवी ऐसी शांत रहने वाली है कि घर पे पूरी शरारती और मस्तियाँ करती है। मस्तियाँ तो मैं करती हूँ, मतलब हर जगह। क्या सानवी भी दूसरे बच्चों की तरह और कोई इंटरेस्ट रखती है? हाँ जी, मुझे स्केचिंग पसंद है और बाकी मैं एक स्कूल में स्पोर्ट्स बहुत ज़्यादा करती हूँ, मुझे अच्छी लगती है स्पोर्ट्स। ਰਾਸ਼ਟਰੀ ਬਾਲ ਪੁਰਸਕਾਰ ਹੈ ਨਾ, ਉਹ ਵੀ ਉਹਦੇ ਨਾਲ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੈਮ ਦੁਆਰਾ। ਤੇ ਉਸ ਟਾਈਮ ਤੁਹਾਡੇ ਮਨ 'ਚ ਕੀ ਆਇਆ, ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੋਇਆ ਆਪਣੀ ਬੇਟੀ ਲਈ? ਕਿ ਮੈਨੂੰ ਕਾਲ ਆਈ ਹੈ ਕਿ ਯੂ ਆਰ ਆਲ ਆਰ ਇਨਵਾਈਟਡ ਫॉर ਪੀਐਮ ਹਾਊਸ, ਪ੍ਰੈਜ਼ੀਡੈਂਟ ਮੈਮ ਨੂੰ ਮਿਲਣਾ ਹੈ। ਤਾਂ ਵਰਡਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਜਦੋਂ ਪ੍ਰਾਈਮ ਮਿਨਿਸਟਰ ਅਵਾਰਡ ਸਾਨੂੰ ਮਿਲ ਗਿਆ, ਵੈਰੀ ਨੈਕਸਟ ਮੰਥ ਵੀ ਪਲਾਨ ਫॉर ਮਲੇਸ਼ੀਆ ਲਈ ਅਸੀਂ ਮਾਊਂਟ ਕਿਨਾਬਾਲੂ ਪਲਾਨ ਕੀਤਾ, ਕਿਉਂਕਿ ਸਾਡਾ ਪਲਾਨ ਸੀਗਾ ਕਿ ਅਸੀਂ ਹੁਣ ਇਸ ਨੂੰ ਰੁਕਣਾ ਨਹੀਂ ਹੈ, ਆਪਾਂ ਅੱਗੇ ਚੱਲਣਾ ਹੈ ਅਲੱਗ-ਅਲੱਗ। जब आप वापस आए तो आपके मन में क्या थी, क्या खुशी थी कि पापा मैं कर आई? जब मैंने पापा को देखा था तो पापा मुझसे बहुत खुश थे और वो रो भी रहे थे। ट्रैवल के टाइम कोई ऐसी मेमोरी जो आपके लिए मेमोरेबल हो? ਸਭ ਤੋਂ ਬੜਾ ਫਨੀ ਮੂਮੈਂਟਸ ਬੜੀ ਅਸੀਂ ਕਈ ਵਾਰ ਕਰਦੇ ਹਨ, ਉਹਨਾਂ ਦੀ ਲੈਂਗੁਏਜ ਸਾਨੂੰ ਨਹੀਂ ਸਮਝ ਆ ਰਹੀ ਹੁੰਦੀ ਤੇ ਅਸੀਂ ਵੀ ਆਪਣੀ ਪੰਜਾਬੀ ਚ ਜਾਂ ਹਿੰਦੀ ਚ ਕੋਈ ਨਾ ਕੋਈ ਗੱਲਬਾਤ ਕਰਦੇ ਆ ਉਹਨਾਂ ਨੂੰ ਛੇੜਨ ਲਈ। ਉਹ ਕਾਫੀ ਫਨੀ ਮੂਮੈਂਟਸ ਇਹ ਵੀ ਬੜੀਆਂ ਹੁੰਦੀਆਂ, ਸਾਨਵੀ ਔਰ ਮੈਂ ਬੜਾ ਮਿਲ ਕੇ ਕਰਦੇ ਆ। मैं गर्ल्स को मोटिवेट करती हूँ कि दे कैन डू एनीथिंग, इवन ऑल किड्स कैन डू एनीथिंग, कि बस हमें मेंटली एंड फिज़िकली स्ट्रॉन्ग होना चाहिए और आप फिर कुछ भी कर सकते हो अगर आप मेंटली और फिज़िकली स्ट्रॉन्ग हो। भारत माता की जय, भारत माता की जय, भारत माता की जय। ਦਲੇਰੀ ਸਿਰਫ ਉਮਰ ਦੀ ਮੁਹਤਾਜ ਨਹੀਂ ਹੁੰਦੀ, ਇਹ ਤਾਂ ਇਰਾਦਿਆਂ ਦੀ ਉਡਾਨ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਹਰਨੀਤ ਕੌਰ। ਸਾਡਾ ਪ੍ਰੋਗਰਾਮ ਕੈਫੀਅਤ ਦਾ ਮੂਡਸ ਆਫ ਆਰਟ 'ਚ ਤੁਹਾਡਾ ਬਹੁਤ ਸਵਾਗਤ ਹੈ। ਅੱਜ ਦੀ ਪੀੜ੍ਹੀ ਜੋ ਇੱਕ ਸਕਰੀਨ ਜਨਰੇਸ਼ਨ ਹੈ, ਇਹ ਪੀੜ੍ਹੀ ਸਿਰਫ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਨਹੀਂ ਹੈ। ਇਹ ਅਜਿਹੀ ਜਜ਼ਬੇ ਵਾਲੀ ਪੀੜ੍ਹੀ ਹੈ ਜੋ ਕਿ ਉੱਚੇ ਪਰਵਤਾਂ ਦੀ ਉਚਾਈ ਨੂੰ ਵੀ ਬੌਣਾ ਕਰ ਸਕਦੀ। ਅੱਜ ਦੇ ਬੱਚਿਆਂ ਵਿੱਚ ਅਜਿਹਾ ਦਮ ਹੈ ਕਿ ਉਹ ਕੁਝ ਵੀ ਕਰ ਸਕਦੇ ਨੇ। ਆਰਟ, ਟੈਕਨੋਲੋਜੀ, ਮਾਊਂਟੇਨਿੰਗ ਉਹਨਾਂ ਲਈ ਕੁਝ ਵੀ ਔਖਾ ਨਹੀਂ ਹੈ। ਜੋ ਜਜ਼ਬੇ ਨਾਲ ਠਾਣ ਲੈਣ ਤਾਂ ਕੁਝ ਵੀ ਕਰ ਸਕਦੇ ਨੇ। ਜੇਕਰ ਅਸੀਂ ਸੋਚੀਏ ਤਾਂ ਪਰਬਤ 'ਤੇ ਜਾਣਾ, ਪਹਾੜ ਚੜ੍ਹਨਾ ਸੋਚਣ ਦੀ ਗੱਲ ਹੈ ਕਿ ਸਾਨੂੰ ਬਹੁਤ ਹੀ ਔਖਾ ਲੱਗਦਾ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ, ਜਿਸ ਦੀ ਉਚਾਈ 8,848 ਮੀਟਰ ਹੈ। ਜਦੋਂ ਅਸੀਂ ਹੌਲੀ ਉੱਪਰ ਜਾਂਦੇ ਹਾਂ ਤਾਂ ਜਿਸ ਤਰੀਕੇ ਸਾਨੂੰ ਸਾਹ ਦੀ ਦਿੱਕਤ ਆਉਂਦੀ ਹੈ ਜਾਂ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ ਅਸੀਂ ਹਿੰਮਤ ਤੇ ਜਜ਼ਬੇ ਨਾਲ ਚੱਲਦੇ ਰਹੀਏ ਤਾਂ ਸਾਨੂੰ ਕੋਈ ਵੀ ਡਰ ਦਾ ਸਾਹਮਣਾ ਕਰਨ 'ਚ ਕੋਈ ਦਿੱਕਤ ਨਹੀਂ ਹੁੰਦੀ ਹੈ। ਕਿਉਂਕਿ ਜਿਹੜੇ ਪਰਬਤ ਨੇ ਉਹੀ ਸਾਨੂੰ ਇਹ ਸੰਦੇਸ਼ ਦਿੰਦੇ ਨੇ ਕਿ ਰਸਤਾ ਭਾਵੇਂ ਕਿੰਨਾ ਵੀ ਪਥਰੀਲਾ ਹੋਵੇ, ਜੇਕਰ ਅਸੀਂ ਹੌਸਲੇ ਤੇ ਜਜ਼ਬੇ ਨਾਲ ਚੱਲਾਂਗੇ ਤਾਂ ਕੋਈ ਵੀ ਸਫ਼ਰ ਫਤਿਹ ਕਰ ਸਕਦੇ ਹਾਂ। ਸਾਡਾ ਇਹ ਪ੍ਰੋਗਰਾਮ ਬੜਾ ਹੀ ਦਿਲਚਸਪ ਹੋਣ ਵਾਲਾ ਹੈ। ਸਾਡਾ
ਛੋਟੀ ਉਮਰ ਦਾ ਪਰ ਵੱਡੇ ਹੌਸਲੇ ਦਾ ਮਹਿਮਾਨ ਜੋ ਅੱਜ ਸਾਡੇ ਨਾਲ ਜੁੜੇ ਨੇ, ਸਾਨਵੀ ਸੂਦ। ਹਾਏ ਸਾਨਵੀ। Hello and thank you for inviting me. ਉਹਨਾਂ ਦੇ ਫਾਦਰ ਦਾ ਵੀ ਮੈਂ ਵੈਲਕਮ ਕਰਦੀ ਹਾਂ। ਸਤਿ ਸ਼੍ਰੀ ਅਕਾਲ ਮੈਮ, ਸਤਿ ਸ਼੍ਰੀ ਅਕਾਲ। ਜਿਹੜੀ ਪਰਬਤਾਂ ਤੇ ਜਾਣ ਦੀ, ਪੀਕਸ ਤੇ ਜਾਣ ਦੀ ਜਿਹੜੀ ਇਨਸਪੀਰੇਸ਼ਨ ਹੈ ਉਹ ਤੁਹਾਨੂੰ ਐਵਰੈਸਟ ਮੂਵੀ ਤੋਂ ਮਿਲੀ ਹੈ ਨਾ। ਤੁਹਾਡੇ ਦਿਮਾਗ ਵਿੱਚ ਅਜਿਹਾ ਕੀ ਆਇਆ ਵੀ ਜਦੋਂ ਤੁਸੀਂ ਮੂਵੀ ਦੇਖੀ ਤਾਂ ਤੁਸੀਂ ਸੋਚਿਆ ਕਿ ਮੈਂ ਤਾਂ ਇਹ ਕਰਨਾ ਹੈ, ਤੇ ਤੁਸੀਂ ਆਪਣੇ ਪੇਰੈਂਟਸ ਨਾਲ ਗੱਲ ਕੀਤੀ? ਦੱਸੋ ਕੁਝ ਇਸ ਬਾਰੇ। एक्चुअली जो मेरे फादर हैं, जो ही इज़ अ जियो टेक्निकल इंजीनियर, तो उनका जो वर्क है वो हिली टेरेन्स में होता है। तो वहाँ पे मैं काफ़ी जाती थी। एट द एज ऑफ 3 years आई यूज़ टू गो। तो वहाँ मुझे मतलब नेचर में इंजॉय करना बहुत अच्छा लगता था और एक्सप्लोर करना। तो मैंने फिर एक एवरेस्ट मूवी देखी और मैंने पापा से पूछा कि पापा हम एवरेस्ट जा सकते हैं? पापा ने बोला कि हम जा सकते हैं। फिर पापा ने जो भी है सर्च किया, पर फिर लाइक 16 years एज ऑफ अबव वहाँ पे जाना अलाउड है। जी। तो मेरे पापा कहते हैं चलो एवरेस्ट बेस कैंप से स्टार्ट करते हैं। तो हम एवरेस्ट बेस कैंप गए और वहाँ से जब हम वापस आए तो जो हमारी सोसाइटी थी वो बहुत इंस्पायर्ड हुए मुझसे। तो मैंने इसलिए अपना ये जो माउंटेनियरिंग है इसको आगे बढ़ाने की सोची। जी। जैसे कि सानवी आपने अपने फादर की बात की है ना। अगर कहते हैं कि एक जो फादर होते हैं वो अपनी बेटी के फर्स्ट रोल मॉडल होते हैं, है ना। हम सबसे पहले अपने फादर से इंस्पायर होते हैं, उनसे सब बातें करते हैं। जो बेटियां होती हैं स्पेशली वो सारी बातें अपने मदर से पहले अपने फादर से शेयर करती हैं, है ना। जैसे हर सफ़र पे आपके पापा आपके साथ रहते हैं, तो वो एक्सपीरियंस आपके लिए कैसा रहता है? काफ़ी लाइक जब पापा होते हैं तब डर कम लगता है और लाइक सपोर्ट बहुत ज़्यादा मेरे पापा करते हैं। हर एक माउंटेन में उन्होंने मुझे बहुत मतलब एक्सप्लोर करवाया है और आई एम थैंकफुल टू हिम। लाइक सानवी, जैसे आपने बात की कि आप पहले माउंट एवरेस्ट कैंप गए, है ना, बेस कैंप बेस गए, कैंप। तो उसके बाद आपने माउंट किलिमंजारो, नेक्स्ट माउंट एल्ब्रस, है ना। अगर वहाँ की बात करें तो जैसे कि रास्ते में आपके पापा मतलब उनको वापस जाना पड़ा था, है ना, उनके इंजरी हो गई थी, उसके कारण वो आगे नहीं जा पाए, आपको टीम के साथ अकेला जाना पड़ा था, है ना। तो तब आपने माइंड में सोचा होगा कि मैं क्या करूँ, है ना, कि फादर साथ नहीं जा रहे हैं। तब उस टाइम आपने खुद को कैसे टैकल किया और कैसे एक जज्बा बनाया कि मैं आगे अकेली जा सकती हूँ? जब मुझे उस टाइम पे पता नहीं था, मैं गाइड के साथ काफ़ी आगे थी और पापा पीछे पीछे आ रहे थे। ओके। और पता नहीं उनका फुट ट्विस्ट हो गया, पता नहीं क्या हुआ। और लाइक फिर मुझे पता नहीं था और लाइक हम चलते रहे। और फिर बाद में जब हुआ उसके बाद पता नहीं जो पापा का गाइड था उन्होंने मेरे पास भेज दिया ताकि मेरी कोई और हेल्प हो पाए, मेरे पास और सपोर्ट हो। तो वहाँ पे जब हम काफ़ी ऊपर पहुँच गए थे उस टाइम पे, तो वहाँ पे मुझे पता चला कि मेरे पापा मेरे साथ हैं नहीं और वो आ नहीं रहे। तो वहाँ पे लाइक मुझे बहुत सैड फील हुआ कि पापा आ नहीं रहे। पर मैंने अपने आप को मोटिवेट किया और मैंने ये सोचा कि बस अब पास रह गया है, हिम्मत मारनी है और मैं ऐसी बढ़ती रही। सर जिवें सानवी ने कहा है ना कि मैनू पता लग गया कि अगे पापा नाल नहीं जा रहे ने, फिर भी मैं हिम्मत नहीं छड्डी, है ना, मैं अगे वधन दा रस्ता चुनिया। जिवें कि जे मैं शुरुआत दी गल करां तां मैं सानवी नू सवाल कीता कि उहने जदों एवरेस्ट मूवी देखी ते इंस्पायर हुई, है ना, उहने तुहाडे नाल गल शेयर कीती, तुहाडे दिमाग 'च की जाग गया भी मेरी बेटी ने मैनू ਇਹ ਕੀ ਕਿਹਾ? ਮੇਰੇ ਦਿਮਾਗ 'ਚ ਵੈਸੇ ਸਾਨਵੀ ਦਾ ਅਗਰ ਮੈਂ ਉਹ ਸਾਨਵੀ ਹੁਣ 7 ਸਾਲ ਦੀ ਸੀਗੀ ਜੀ ਜਦੋਂ ਆਪਾਂ ਐਵਰੈਸਟ ਦੀ ਬੇਸ ਕੈਂਪ ਦੀ ਆਪਾਂ ਗੱਲ ਕਰੀਏ। ਤੇ ਉਸ ਤੋਂ ਪਹਿਲਾਂ ਵੀ ਸਾਨਵੀ ਮੇਰੇ ਨਾਲ ਕਾਫੀ ਟਰੈਕਸ ਮਤਲਬ ਮੇਰੀ ਹਿਲ ਸਾਈਡਸ ਤੇ ਮੇਰੇ ਨਾਲ ਟਰੈਵਲ ਕਰਦੀ ਰਹਿੰਦੀ ਸੀਗੀ। ਤਾਂ ਮੈਨੂੰ ਪਤਾ ਸੀ ਸਾਨਵੀ 'ਚ ਇੰਨੀ ਹੈ ਕਿ ਸਾਨਵੀ ਕੁਝ ਕਰ ਸਕਦੀ ਹੈ, ਸਾਨਵੀ ਅਨੋਖੀ ਹੈ, ਉਹ ਮੱਲਾਂ ਮਾਰ ਸਕਦੀ ਹੈ। ਤੇ ਜਦੋਂ ਆਹ ਗੱਲ ਆਈ ਮੈਂ ਆਪਣੀ ਫੈਮਿਲੀ 'ਚ ਵੀ ਗੱਲ ਕੀਤੀ ਕਿ ਆਪਾਂ ਇੱਦਾਂ ਐਵਰੈਸਟ ਬੇਸ ਕੈਂਪ 'ਤੇ ਜਾਣ ਲਈ ਹੈ। ਸਭ ਲੋਕਾਂ ਨੇ ਉਹਨੂੰ मतलब हर बंदा आजकल जिदा ही कही गैजेट्स देख के नाल ही नाल अगर मैं गल की किसी नाल तो वो गल करते हैं कि नाल ही गूगल ते चक्कर लेंदे, गूगल ते आंदा है ऑक्सीजन घट है, इट्स अ वेरी लेंथी ट्रैक। तो हर बंदे ने कहा नहीं ये पॉसीबल नहीं है, ना जाओ, रिस्क है, बड़ी छोटी है, सिर्फ 7 साल दी है।
ਤੇ ਮੈਨੂੰ ਐਂ ਲੱਗਦਾ 7 ਸਾਲ, ਮੈਂ ਉਸ ਟਾਈਮ ਮੈਨੂੰ 7 ਸਾਲ ਦੀ ਬਹੁਤ ਵੱਡੀ ਸਮਝਦਾ ਸੀਗਾ। 7 ਸਾਲ ਦੀ ਹੋ ਗਈ ਹੈ, ਹੁਣ ਨਹੀਂ ਕਰੂੰਗੀ ਤਾਂ ਕਦੋਂ ਕਰੂੰਗੀ। ਮੈਂ 7 ਸਾਲ ਵੀ ਉਹਨੂੰ ਵੱਡੀ ਸਮਝਦਾ ਸੀ, ਕਿਉਂਕਿ ਇਹ ਪੁਰਾਣਾ ਮੇਰੇ ਨਾਲ ਕਾਫੀ ਅੱਛੀ ਵਧੀਆ ਟਰੈਕਿੰਗ ਤੇ ਜਾਂਦੀ ਸੀਗੀ ਔਰ ਡਿਫਿਕਲਟ ਸਾਈਡਸ ਉੱਪਰ ਜਾਂਦੀ ਸੀਗੀ। ਤੇ ਫਿਰ ਅਸੀਂ ਐਵਰੇਸਟ ਬੇਸ ਕੈਂਪ ਲਈ ਸਾਰਿਆਂ ਦੀ ਗੱਲਾਂ ਨੂੰ ਮੈਂ ਇਗਨੋਰ ਵੀ ਨਹੀਂ ਕੀਤਾ, ਬਟ ਉਹਨੇ ਸੇਫਟੀ ਕੰਸਰਨਸ ਮੇਰੇ ਹੋਰ ਵੱਧ ਗਏ, ਕਿਉਂਕਿ ਚਾਹੇ ਮੇਰੀ ਫੈਮਿਲੀ ਮੇਰੀ ਵਾਈਫ ਹੈ, ਚਾਹੇ ਮੇਰੇ ਪੇਰੈਂਟਸ ਸੀਗੇ, ਉਹਨਾਂ ਦੀ ਗੱਲਾਂ ਨੂੰ ਸੋਚ ਕੇ ਮੈਂ ਹੋਰ ਸੇਫਟੀ ਕੰਸਰਨ ਲਿੱਤੇ ਤੇ ਅਸੀਂ ਅੱਗੇ ਵਧੇ। ਬਾਕੀ ਸਾਰਿਆਂ ਦੀ ਬਲੈਸਿੰਗ ਸੀਗੀਆਂ, ਪ੍ਰੇਅਰ ਸੀਗੀਆਂ। ਤੇ ਜਦੋਂ ਉਹ ਮੱਲ ਵੱਜੀ ਸਾਡੀ ਐਵਰੇਸਟ ਬੇਸ ਕੈਂਪ ਅਸੀਂ ਫਤਿਹ ਕੀਤਾ ਤੇ ਸਾਰਿਆਂ ਨੇ ਕਿਹਾ ਕਿ ਸਾਨਵੀ ਇਜ਼ ਅ ਗ੍ਰੇਟ ਐਂਡ ਅ ਰੋਲ ਮਾਡਲ ਹੁਣ ਸਾਰਿਆਂ ਲਈ ਬਣੀ ਹੋਈ ਹੈ। ਸਰ ਇਹ ਬਹੁਤ ਸੋਹਣੀ ਗੱਲ ਕਹੀ ਤੁਸੀਂ, ਹੈ ਨਾ, ਕਿ ਜਦੋਂ ਸਾਰੇ ਕਹਿੰਦੇ ਸੀ ਕਿ ਛੋਟੀ ਹੈ, 7 ਸਾਲ ਦੀ ਹੈ, ਤੁਸੀਂ ਕਿਹਾ ਕਿ ਮੈਨੂੰ ਉਹ 7 ਸਾਲ 'ਚ ਹੀ ਵੱਡੀ ਲੱਗਦੀ ਸੀ ਕਿ 7 ਸਾਲ ਦੀ ਹੈ। ਹੁਣ ਵੀ ਕਈ ਵਾਰੀ ਵਾਈਫ ਮੈਨੂੰ ਕਹਿੰਦੀ ਹੈ ਜੋ ਛੋਟੀ ਬੱਚੀ ਹੈ, ਠੀਕ ਹੈ 11 ਸਾਲ ਦੀ ਹੈ, ਹੁਣ ਛੋਟੀ ਹੈ, ਮੈਂ ਜੇ ਵੀ ਕਹੂੰਗਾ ਛੋਟੀ ਠੀਕ ਹੈ, ਬਚਪਨਾ ਤਾਂ ਹੈ ਤਾਂ ਬੱਚੀ ਹੈ, ਬਟ ਮੈਨੂੰ ਲੱਗਦਾ ਹੈ ਅਗਰ ਕੰਮ ਕਰਨਾ ਹੈ ਤਾਂ ਫਿਰ ਕੁਝ ਬਾਹਰ ਨਿਕਲ ਕੇ ਆਉਣਾ ਪੈਂਦਾ ਹੈ ਜੀ। ਫਿਰ ਉਮਰ ਨੂੰ ਤੁਸੀਂ ਕਿਸੇ ਨਾਲ ਮੈਜ਼ਰ ਨਾ ਕਰੋ ਜੀ। ਮੈਨੂੰ ਲੱਗਦਾ ਹੈ ਕਿ ਅਗਰ ਸਾਰੇ ਇਹੀ ਸੋਚ ਰੱਖਣ ਲੱਗ ਜਾਣ, ਹੈ ਨਾ, ਤੇ ਜਿਹੜੀ ਅੱਜ ਦੀ ਪੀੜ੍ਹੀ ਹੈ, ਜਿਹੜੇ ਬੱਚੇ ਨੇ, ਤਾਂ ਫਿਰ ਉਹ ਬਹੁਤ ਹੀ ਅੱਗੇ ਵਧਣ लग जाएंगे। सानवी ऐसी शांत रहने वाली है कि घर पे पूरी शरारती और मस्तियाँ करती है? मस्तियाँ तो मैं करती हूँ, मतलब हर जगह, लाइक पर कई जगह होती हैं, लाइक कभी मैं मतलब अलग अलग मूड्स होते हैं। ओके। हाँ जी। और सानवी स्कूल भी जाती है, हाँ है ना? जी, हाँ आप जी। कौन से स्कूल में जाते हो? मैं YPS याद बिंद्रा पब्लिक स्कूल में। ओके। कौन सी क्लास में पढ़ते हो? मैं 6th स्टैंडर्ड में। हाँ जी। ओके। और जैसे जब आप जाकर आए, है ना, कैंप जाकर आए, आफ्टर जब स्कूल में पता चला, है ना, कि सानवी जाकर आई है या उसने अचीवमेंट हासिल की है, तो आपके फ्रेंड्स का, टीचर्स का क्या रिएक्शन था? पहले मेरे जो स्कूल है उन्होंने मेरी बहुत सपोर्ट की है, और जब मैं वापस गई थी तो लाइक मेरी टीचर्स बहुत हैप्पी थी, मतलब उनको जब पता चला था, और मेरे जब फ्रेंड्स को पता चला था वो बहुत मुझसे क्वेश्चनिंग कर रहे थे और वो भी बहुत ज़्यादा खुश थे। टीचर्स हैं उन्होंने मतलब बहुत सपोर्ट की है। जब मैं गई थी वहाँ पे मैं लाइक सारी स्टडीज़ का उन्होंने हेल्प किया काफ़ी मेरी समझाने के लिए। हाँ जी। सानवी का इंटरेस्ट चलो इस साइड तो है ही, है ना, कि माउंट ट्रेनिंग, हाँ, बहुत अच्छी बात है, पर क्या सानवी भी दूसरे बच्चों की तरह और कोई इंटरेस्ट रखती है कोई और एक्टिविटीज़ में, लाइक डांसिंग, सिंगिंग, ड्राइंग, एनी अदर सेक्टर एक्टिविटीज़? हाँ जी, मुझे स्केचिंग पसंद है, और बाकी मैं एक स्कूल में स्पोर्ट्स बहुत ज़्यादा करती हूँ, मुझे अच्छी लगती है स्पोर्ट्स। ठीक है। और लाइक साइकिलिंग। जैसे कि आपने स्केचिंग कही, तो फिर तो कुछ ना कुछ तो बनाते ही रहते होगे, क्या बनाया? मैम अलग अलग स्केचेस, लाइक अलग अलग गॉड्स के स्केचेस काफ़ी। ਸਾਨਵੀ ਨੇ ਇੰਨੀ ਵੱਡੀ ਅਚੀਵਮੈਂਟ ਹਾਸਿਲ ਕੀਤੀ, ਹੈ ਨਾ, ਫਿਰ ਇਹਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ, ਹੈ ਨਾ, ਉਹ ਵੀ ਉਹਦੇ ਨਾਲ ਹੀ ਸਨਮਾਨਿਤ ਕੀਤਾ ਗਿਆ ਇਹਨਾਂ ਨੂੰ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੈਮ ਦੁਆਰਾ। ਤੇ ਉਸ ਟਾਈਮ ਤੁਹਾਡੇ ਮਨ 'ਚ ਕੀ ਆਇਆ, ਤੁਹਾਨੂੰ ਕਿੰਨਾ ਪ੍ਰਾਊਡ ਫੀਲ ਹੋਇਆ ਆਪਣੀ ਬੇਟੀ ਲਈ? ਪ੍ਰਾਊਡ ਨੂੰ ਵਰਡਸ 'ਚ ਤਾਂ ਡਿਸਕ੍ਰਾਈਬ ਕਰਨਾ ਔਖਾ ਹੈ ਜੀ। ਮਤਲਬ ਅਗਰ ਮੈਂ ਕਈ ਵਾਰ ਉਹੀ ਗੱਲ ਹੁੰਦੀ ਨਾ, ਅਗਰ ਆਪਣੀ ਸਾਰੀ ਫੈਮਿਲੀ ਨਾਲ, ਸਿਰਫ ਮੇਰੀ ਫੈਮਿਲੀ ਨਹੀਂ, ਮੇਰਾ ਆਪਣਾ ਜਿਹੜਾ ਵੱਡਾ ਸਰਕਲ ਹੁੰਦਾ ਹੈ, ਉਸ ਸਰਕਲ ਵਿੱਚ ਅਗਰ ਦੂਰ ਦੇਖੀਏ ਤਾਂ ਕਈ ਵਾਰ ਕਦੀ ਮੌਕਾ ਨਹੀਂ ਮਿਲਦਾ ਕਿ CM ਨੂੰ ਮਿਲਣਾ, PM ਨੂੰ ਮਿਲਣਾ, ਪ੍ਰੈਜ਼ੀਡੈਂਟ ਮੈਮ ਨੂੰ ਮਿਲਣਾ, ਤੇ ਉਹ ਮੌਕਾ ਮੈਨੂੰ ਮੇਰੀ ਬੇਟੀ ਕਰਕੇ ਮਿਲਿਆ। ਤੇ ਮਤਲਬ ਉਹਨਾਂ ਇਸ ਕਰਕੇ ਮੈਨੂੰ ਕਾਲ ਆਈ ਹੈ ਕਿ ਯੂ ਆਲ ਆਰ ਇਨਵਾਈਟਡ ਫॉर PM ਹਾਊਸ, ਪ੍ਰੈਜ਼ੀਡੈਂਟ ਮੈਮ ਨੂੰ ਮਿਲਣਾ ਹੈ। ਤਾਂ ਉਹ ਵਰਡਸ ਤੋਂ ਵੱਡੀ ਗੱਲ ਕਿਆ ਹੋ ਸਕਦੀ ਹੈ, ਉਹ ਵੀ ਇੰਨੀ ਛੋਟੀ ਉਮਰੇ ਤੁਹਾਡੀ ਬੇਟੀ ਕਰਕੇ ਤੁਸੀਂ ਜਾਣਾ, ਔਰ ਉਹਨਾਂ ਕਰਕੇ ਤੁਹਾਨੂੰ ਇੱਕ ਅਲੱਗ ਪਹਿਚਾਣ ਮਿਲਣੀ, ਉਹਨੂੰ ਮੈਂ ਵਰਡਸ 'ਚ ਡਿਸਕ੍ਰਾਈਬ ਤਾਂ ਨਹੀਂ ਕਰ ਸਕਦਾ, ਬਟ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਇੰਨੀ ਉਹਨਾਂ ਨੇ ਮਿਹਰ ਕੀਤੀ ਹੈ ਕਿ ਅਸੀਂ ਉੱਥੇ ਪਹੁੰਚੇ ਆ। ਜੇ ਅੱਜ ਦੀ ਗੱਲ ਕਰੀਏ ਤਾਂ ਬੱਚੇ ਡਰਾਇੰਗ ਬੁੱਕਸ ਤੇ ਜਾਂ ਹੈ ਨਾ ਬੁੱਕਸ ਤੇ ਹੋਮਵਰਕ ਕਰਦੇ ਨੇ, ਤੇ ਸ਼ੀ ਇਜ਼ ਦ ਲੱਕੀਐਸਟ ਚਾਈਲਡ ਕਿ ਇਹਦਾ ਨੇਮ ਬੁੱਕਸ ਵਿੱਚ ਲਿਖਿਆ ਗਿਆ, ਹੈ ਨਾ, ਬਹੁਤ ਹੀ ਸੋਹਣੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਸਾਨਵੀ ਨੂੰ ਖੁਦ ਨੂੰ ਵੀ ਬਹੁਤ ਖੁਸ਼ੀ ਹੋਏਗੀ, ਮਤਲਬ ਜਦੋਂ ਉਹਨੂੰ ਪਤਾ ਲੱਗਿਆ, ਹੈ ਨਾ, ਕਿ ਬੁੱਕਸ 'ਚ ਉਹਦਾ ਨਾਮ ਲਿਖਿਆ ਜਾ ਰਿਹਾ ਹੈ। ਲਾਈਕ ਉਹਨੂੰ ਪੰਜਾਬ ਦੇ CM ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਸਨਮਾਨਿਤ ਕੀਤਾ ਗਿਆ, ਹੈ ਨਾ, ਤੇ ਪ੍ਰੈਜ਼ੀਡੈਂਟ ਮੈਮ ਨੂੰ ਵੀ ਮਿਲਣ ਦਾ ਮੌਕਾ ਮਿਲਿਆ, ਬਹੁਤ ही खुशी हुई होगी। ओके। तो लाइक सानवी जब आप जाते हो, है ना, तो बड़ा प्रिपेयर रहना पड़ता है ना, तो आप जैसे जाते हो, ट्रैवल करते हो, तो आपके बैग में वैसा क्या इम्पोर्टेंट रहता है कि जो आपको लगता है कि हाँ उसके बिना नहीं जाया जा सकता? सबसे मेन चीज़ क्लोथ्स और फूड होता है। ओके। लाइक वहाँ पे हम अपना खुद का फूड भी लेके जाते हैं जो रेडी टू ईट होता है,
क्योंकि वहाँ का लाइक हम फ्रूट्स ही होते हैं वहाँ पे वेज मतलब लाइक ਕਿਉਂਕਿ ਆਪਾਂ ਨਾ ਬੇਸਿਕਲੀ ਇਹ ਵੀ ਬੜਾ ਹੈ ਕਿ ਤੇ ਕਿ ਬਾਹਰ ਫੋਰਨ ਟਰੈਵਲ ਕਰਦੇ ਆ ਨਾ ਤੇ ਵੈਜੀਟੇਰੀਅਨ ਔਰ ਨਾਨ ਵੈਜ ਮੋਸਟਲੀ ਹਰ ਜਗ੍ਹਾ ਨਾਨ ਵੈਜੀਟੇਰੀਅਨ ਹੈ ਜੀ, ਐਂਡ ਵੀ ਆਰ ਬਿਲਕੁਲ। ਪਿਓਰ ਵੈਜੀਟੇਰੀਅਨਸ Okay. ਤਾਂ ਇੰਨੀ ਜ਼ਿਆਦਾ ਸਾਨੂੰ ਡਿਫਿਕਲਟੀ ਆਉਂਦੀ ਹੈ ਤੇ ਖਾਣ ਪੀਣ ਵਾਸਤੇ ਤਾਂ ਬੜਾ ਔਖਾ ਹੁੰਦਾ ਹੈ ਕਿ ਵੈਜੀਟੇਰੀਅਨ ਬਹੁਤ ਘੱਟ ਮਿਲਦਾ ਹੈ, ਸਿਰਫ ਫਰੂਟਸ ਹੋ ਗਏ, ਸੈਲਡਸ ਹੋ ਗਏ, ਜੀ। ਜਾਂ ਮਤਲਬ ਆਪਾਂ ਰੈਡੀ ਮਿਕਸ ਜਿਹੜੇ ਰੈਡੀ ਟੂ ਮਤਲਬ ਜੂਸਿਸ ਵਗੈਰਾ ਹੁੰਦੇ ਆ ਉਹੀ ਕਰਕੇ ਸਾਨੂੰ ਟਰੈਕਿੰਗ ਦੇ ਅਗਰ ਚਾਹੇ 4 ਦਿਨ ਦੀ ਟਰੈਕਿੰਗ ਹੈ 4 ਦਿਨ ਦੀ ਟਰੈਕਿੰਗ ਹੈ ਮੋਸਟਲੀ ਅਸੀਂ ਉਹਨਾਂ ਚੀਜ਼ਾਂ ਦੇ ਉੱਪਰ ਡਿਪੈਂਡ ਹੁੰਦੇ ਆ यूज़ करके आप ऊपर जा पाते हैं। सानवी, जब आप माउंट एल्ब्रूस गए है ना तो पापा आपके साथ नहीं थे। जब आप ऊपर पहुंचे, चलो आपकी बात हो रही थी है ना एक दूसरे से, आपके साथ टीम थी, जब आप वापस आए तो आपके मन में क्या थी, क्या खुशी थी कि पापा मैं कर आई? जब मैंने पापा को देखा था तो पापा मुझसे बहुत खुश थे और वो रो भी रहे थे और मैंने जब देखा और मैंने पापा को हग किया और लाइक मुझे ये भी था कि मैं वो माउंटेन अकेली करके आई हूँ कि मैं मतलब लाइक गाइड्स तो थे पर मैं पापा के साथ नहीं थी, मैं अकेली करके आई हूँ और वो टाइम बहुत खुशी का टाइम था कि ਯੰਗੈਸਟ ਫੀਮੇਲ ਕਲਾਈਂਬਰ ਸੀਗੀ ਪੂਰੇ ਵਰਲਡ ਵਿੱਚੋਂ ਜਦੋਂ ਇਹਨੇ ਮਾਊਂਟ ਐਲਬਰਸ ਕੀਤਾ ਦੈਟ ਟਾਈਮ ਸ਼ੀ ਬਿਕਮ ਦਾ ਯੰਗੈਸਟ ਫੀਮੇਲ ਕਲਾਈਂਬਰ। आगे कहाँ जाना चाहते हो? ਜਿੱਦਾਂ ਪ੍ਰਾਈਮ ਮਿਨਿਸਟਰ ਸਾਨੂੰ ਅਵਾਰਡ ਮਿਲਿਆ ਸਾਨਵੀ ਨੂੰ हाँ जी। ਤੇ ਕਈ ਲੋਕਾਂ ਦਾ ਕਹਿਣਾ ਸੀਗਾ ਚਲੋ ਬਹੁਤ ਵੱਡਾ ਅਵਾਰਡ ਮਿਲ ਗਿਆ ਹੈ ਤੇ ਹੁਣ ਤੁਸੀਂ ਇੰਨੇ ਵੱਡੇ ਰਿਸਕ 'ਚ ਜਾਣਾ ਬੰਦ ਕਰੋ, ਕਿਉਂ ਇੱਕ ਅਵਾਰਡ ਮਿਲ ਗਿਆ, ਬਟ ਜਦ ਕਿ ਮੇਰੀ ਮੰਜ਼ਿਲ ਉਧਰ ਪ੍ਰਾਈਮ ਮਿਨਿਸਟਰ ਅਵਾਰਡ ਲੈਣ ਵਾਸਤੇ ਸਾਡਾ ਅਸੀਂ ਇਹ ਪਾਥ ਨਹੀਂ ਚੂਜ਼ ਕੀਤਾ। जी। ਕਾਫੀ ਪ੍ਰੀਵੀਅਸ ਅਗਰ ਮੈਂ ਮਾਊਂਟੇਨੀਅਸ ਦੀ ਗੱਲ ਕਰਾਂ ਮਤਲਬ ਛੋਟੀ ਏਜ 'ਚ ਕਿਉਂਕਿ ਅੱਜ ਕੱਲ੍ਹ ਕਿਆ ਹੈ ਸਕੂਲ ਦਾ ਇੰਨਾ ਬਰਡਨ, ਹਰ ਚੀਜ਼ ਦਾ ਇੰਨਾ ਬਰਡਨ ਹੈ, ਮੈਨੇਜ ਕਰਨਾ ਬੜਾ ਔਖਾ ਹੁੰਦਾ ਹੈ ਜੀ। ਤੇ ਤੁਹਾਨੂੰ ਇੰਨਾ ਪ੍ਰੈਸਟੀਜੀਅਸ ਅਵਾਰਡ ਮਿਲ ਜਾਂਦਾ ਹੈ ਤਾਂ ਬੰਦਾ ਕਹਿੰਦਾ ਹੈ ਚਲੋ ਅਵਾਰਡ ਮਿਲ ਗਿਆ ਠੀਕ ਹੈ ਬਟ ਜਦੋਂ ਪ੍ਰਾਈਮ ਮਿਨਿਸਟਰ ਅਵਾਰਡ ਸਾਨੂੰ ਮਿਲ ਗਿਆ ਵੈਰੀ ਨੈਕਸਟ ਮੰਥ ਵੀ ਪਲਾਨ ਫॉर ਮਲੇਸ਼ੀਆ ਲਈ ਅਸੀਂ ਮਾਊਂਟ ਕਿਨਾਬਾਲੂ ਪਲਾਨ ਕੀਤਾ ਜੀ। ਕਿਉਂਕਿ ਸਾਡਾ ਪਲਾਨ ਸੀਗਾ ਕਿ ਅਸੀਂ ਹੁਣ ਇਸ ਨੂੰ ਰੁਕਣਾ ਨਹੀਂ ਹੈ, ਆਪਾਂ ਅੱਗੇ ਚੱਲਣਾ ਹੈ ਅਲੱਗ-ਅਲੱਗ। हाँ जी। ਤੇ ਮਾਊਂਟ ਕਿਨਾਬਾਲੂ ਸਾਨਵੀ ਔਰ ਮੈਂ ਕੀਤਾ ਮਲੇਸ਼ੀਆ ਦੀ ਹਾਈਐਸਟ ਪੀਕ ਤੇ ਇਸੀ ਮੰਥ ਅਸੀਂ ਜੂਨ 2026 ਵਿੱਚ ਮਾਊਂਟ ਅਰਹਤ ਕਰਕੇ ਆਏ ਆ ਟਰਕੀ ਦੀ ਹਾਈਐਸਟ ਪੀਕ ਐਂਡ ਸ਼ੀ ਬਿਕਮ ਅਗੇਨ ਦਾ ਯੰਗੈਸਟ ਫੀਮੇਲ ਕਲਾਈਂਬਰ। ਇਹ ਪੂਰੇ ਵਰਲਡ 'ਚ ਯੰਗੈਸਟ ਫੀਮੇਲ ਕਲਾਈਂਬਰ ਹੈ ਜਿਹਨੇ ਮਾਊਂਟ ਅਰਹਤ ਕੀਤਾ। ਇਟਸ ਅ ਗਲੇਸ਼ੀਅਰ ਮਾਊਂਟੇਨ, जी। 5137 ਉਹਦੀ ਹਾਈਟ ਹੈ ਔਰ ਕਾਫੀ ਸਟੀਪ ਗ੍ਰੇਡੀਐਂਟ ਸੀਗਾ ਬਟ ਸਾਨਵੀ ਨੇ ਆਪਣੇ ਹੌਸਲੇ ਨਾਲ ਉਸ ਪਹਾੜ ਨੂੰ ਵੀ ਛੋਟਾ ਬਣਾਉਂਦੇ ਹੋਏ ਉਹ ਮੰਜ਼ਿਲ ਹਾਸਿਲ ਕੀਤੀ। सानवी, जैसे है ना आपको जाना पड़ता है तो लाइक एक प्रॉपर ट्रेनिंग भी करते होगे आप, है ना, जिम भी लगाते होगे, स्पोर्ट्स में भी चलो आपका प्रॉपर है ना ध्यान है, तो मतलब लाइक जब जाना होता है तो उससे कितने टाइम पहले आप खुद को प्रिपेयर करते हो और क्या डाइट रखते हो? लाइक हम अगर हमने जाना होता है तो हम उससे 1 मंथ पहले करते हैं ओके। लाइक सारी फिटनेस 1-2 मंथ्स, तो हम सारी फिटनेस अपना सारा कुछ ध्यान में रख के सब कुछ मैनेज करना मेरे पापा और मैं करते हैं। मेरी मदर बहुत हेल्प करती हैं Okay. लाइक मेरी डाइट करने के लिए और लाइक मैं जिम जाती हूँ, एक्सरसाइज करती हूँ और इस माउंटेन पे जो माउंट राहत रहा था उसमें लाइक मैंने ज़्यादा फोकस अपना स्पोर्ट्स, उससे मैं काफ़ी फ़िट हो गई थी और बाकी मेरी जो मॉम है वो बहुत ध्यान रखती है मेरा, बहुत कोऑपरेट करते हाँ हैं, जी, ध्यान हाँ रखते जी। हैं। बहुत बढ़िया, ठीक है। अच्छा मेरे को ये बताओ कि जैसे आजकल के बच्चे जब स्कूल जाना होता है तो सुबह बड़े नखरे करते हैं, मम्मी मैंने नहीं जाना, मैंने नहीं उठना। सानवी भी ऐसी है या प्रॉपर पंक्चुअल, नो नखरे, बिल्कुल रेडी होके चले जाना? नहीं मतलब मज़ा आता है स्कूल जाने में, मतलब सुबह सुबह लाइक ऐसा लगता है कि हमारी प्रैक्टिस है, हम स्पोर्ट्स में हैं, फिर मज़ा आता है स्कूल जाने में। From the last 3 years she is having a 100% attendance in the school. Very 100%. बच्चे मोबाइल फ़ोन बहुत यूज़ करते हैं, गेम्स, कार्टून्स, सबका ध्यान इसी में रहता है, तो सानवी का स्क्रीन टाइम कितना है? ऐसा नहीं है कि मैं करती नहीं हूँ, लाइक मैं करती हूँ पर लिमिट्स में रखना होना चाहिए, जी। मतलब मेंटेन करना आना चाहिए, मतलब लाइक ऐसे नहीं कि हर टाइम टैबलेट या फोन्स में लगे रहो, मेंटेन करना चाहिए। ਜਿਵੇਂ ਹੁਣ ਸਾਨਵੀ ਨੂੰ ਅਸੀਂ ਦੇਖ ਰਹੇ ਹਾਂ ਹਨਾ, ਇੱਕ ਪਿਆਰਾ ਜਿਹਾ ਸਿੰਪਲ ਜਿਹਾ ਬੱਚਾ ਹੈ ਹਨਾ, ਆਪਣੀ ਗੱਲਾਂ ਰੱਖ ਰਿਹਾ ਅੱਗੇ ਤੇ ਜਿਵੇਂ ਕਿ ਤੁਸੀਂ ਕਈ ਵਾਰ ਸੋਚਦੇ ਹੋਵੋਗੇ ਕਿ ਅਸੀਂ ਇਹ ਸਟੈਪ ਸੋਚਿਆ ਵੀ ਨਹੀਂ ਸੀ, ਇੱਕੋ ਦਮ ਸਾਡੇ ਅੱਗੇ ਆਇਆ ਤੇ ਅਸੀਂ ਇੰਨਾ ਕੁਝ ਕਰ ਦਿਖਾਇਆ ਹਨਾ। ਹਾਂਜੀ। ਤੁਹਾਡੀ ਫੈਮਿਲੀ ਤੇ ਸਾਰੇ ਚਲੋ ਮਤਲਬ ਕੁਝ ਕਹਿੰਦੇ ਨੇ, ਕੋਆਪਰੇਟ ਵੀ ਸਾਰੇ ਕਰਦੇ ਨੇ, ਬਹੁਤ ਵਧੀਆ ਗੱਲ ਹੈ ਹਨਾ। ਤੇ
ਮਤਲਬ ਤੁਸੀਂ ਸਾਨਵੀ ਨੂੰ ਐਦਾਂ ਐਨਕਰੇਜ ਕਰਦੇ ਹੋ ਹਨਾ, ਤੇ ਬਾਕੀ ਜਿਵੇਂ ਹੋਰ ਬੱਚੇ ਨੇ, ਮੈਂ ਚਾਹਾਂਗੀ ਵੀ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵੀ ਬੱਚੇ ਵੀ ਐਦਾਂ ਕੁਝ ਕਰਕੇ ਦਿਖਾਣ, ਐਵੇਂ ਦੀ ਉਪਲਬਧੀਆਂ ਹੋਣ ਤੇ ਅਚੀਵਮੈਂਟਸ ਪਾਣ ਬੱਚੇ? ਇਹ ਸਾਨਵੀ ਔਰ ਮੇਰਾ ਟੀਚਾ ਅਸੀਂ ਅਪਣਾਇਆ ਹੋਇਆ ਹੀ ਚੱਲ ਰਿਹਾ, ਇਹਦੇ ਪਿੱਛੇ ਇੱਕ ਬਹੁਤ ਵੱਡੀ ਵਜ੍ਹਾ ਆ, ਸਿਰਫ ਸਾਨਵੀ ਮੇਰੀ ਵਜ੍ਹਾ ਤਾਂ ਚੱਲ ਸਾਨਵੀ ਹੈ, ਸਾਨਵੀ ਕਰ ਰਹੀ ਮੈਨੂੰ ਸਪੋਰਟ ਕਰ ਰਿਹਾ ਹੈ ਜੀ, ਬਟ ਸਾਨਵੀ ਦੇ ਥਰੂ ਮੈਨੂੰ ਲੱਗਦਾ ਹਜ਼ਾਰਾਂ ਬੱਚੇ, ਹਜ਼ਾਰਾਂ ਮਾਪੇ ਹੋਰ ਇੰਕਰੇਜ ਹੋ ਸਕਦੇ ਆ। ਉਹ ਸਾਡਾ ਇੱਕ ਮਿਸ਼ਨ ਹੈ ਕਿ ਅਸੀਂ ਹੋਰ, ਚਾਹੇ ਕਈ ਵਾਰ ਕੀ ਹੁੰਦਾ ਤੁਹਾਡੀ ਫੈਮਿਲੀ 'ਚ ਹੀ ਹੋਣ, ਚਾਹੇ ਤੁਹਾਡੇ ਫਰੈਂਡ ਸਰਕਲ 'ਚ ਹੋਵੇ, ਉਹ 1 to 1 ਨਹੀਂ ਦੱਸ ਸਕਦਾ ਕਿ ਅਸੀਂ ਤੁਹਾਡੇ ਤੋਂ ਮੋਟੀਵੇਟ ਹੋਏ ਕਿ ਨਹੀਂ ਹੋਏ, ਜੋ ਜੀ, ਮਰਜ਼ੀ, ਬਿਲਕੁਲ। ਬਟ 100% ਹੈ ਮੈਂ ਵੀ ਕਿਸੇ ਨਾ ਕਿਸੇ ਤੋਂ ਮੋਟੀਵੇਟ ਹੁੰਦਾ ਹੈ। ਲਾਈਫ ਦਾ ਸਰਕਲ ਹੈ, ਇੱਕ ਬੰਦਾ ਕਿਸੇ ਤੋਂ ਮੋਟੀਵੇਟ ਹੁੰਦਾ ਹੈ ਤਾਂ ਦੂਜੇ ਨੂੰ ਮੋਟੀਵੇਟ ਕਰ ਸਕਦਾ ਹੈ। ਤੇ ਉੱਦਾਂ ਹੀ ਮੈਨੂੰ ਇਹ ਲੱਗਦਾ ਸਾਨਵੀ ਔਰ ਮੇਰੇ ਇਸ ਮਿਸ਼ਨ ਤੋਂ ਅਸੀਂ ਹੋਰ ਬਹੁਤ ਮਾਪਿਆਂ ਨੂੰ, ਬੜੇ ਬੱਚਿਆਂ ਨੂੰ ਅਸੀਂ ਮੋਟੀਵੇਟ ਕਰੀਏ ਤਾਂ ਕਿ ਉਹ ਅਲੱਗ-ਅਲੱਗ ਫੀਲਡ 'ਚ ਜਾ ਕੇ ਆਪਣੀਆਂ ਮੱਲਾਂ ਮਾਰਨ, ਚਾਹੇ ਸਾਈਕਲਿੰਗ ਹੈ, ਚਾਹੇ ਐਥਲੈਟਿਕ ਹੈ। ਮੈਨੂੰ ਤਾਂ ਲੱਗਦਾ ਐਥਲੈਟਿਕ ਤੋਂ ਵਧੀਆ ਕੋਈ ਚੀਜ਼ ਹੀ ਨਹੀਂ ਹੈਗੀ ਹੈ। ਐਥਲੈਟਿਕ ਸਭ ਤੋਂ ਵਧੀਆ ਗੇਮ ਹੈ ਕਿਉਂਕਿ ਉਹਦੇ 'ਚ ਜਿਹੜਾ ਇੰਡੀਵਿਜੂਅਲ ਐਫਰਟਸ ਹੈ, ਉਹ ਤੁਸੀਂ ਅਗਲਾ ਵਧੀਆ ਐਥਲੈਟਿਕ ਹੈ, ਤੁਸੀਂ किसी भी गेम ਨੂੰ कदे भी अपना सकते हो अगर तुम एक चंगे एथलेटिक हो। सानवी, जैसे आप जब जाते हो है ना, तो हम देखते हैं कि आप ऊपर जाकर है ना पीक पे झंडा तो लहराते ही हो, तो जैसे कि हमने देखा कि आप सबको अवेयर करते हो बेटी बचाओ बेटी पढ़ाओ है ना, इंडिया फिट मूवमेंट के लिए, तो उसके बारे में आप क्या कहना चाहोगे कि आप लोगों को अवेयर करते हो तो आपके मन में क्या चलता है तब? मैं गर्ल पावर एम्पावरमेंट करती हूँ। मैं गर्ल्स को मोटिवेट करती हूँ कि दे कैन डू एनीथिंग, इवन ऑल किड्स कैन डू एनीथिंग, कि बस हमें मेंटली एंड फिज़िकली स्ट्रॉन्ग होना चाहिए और आप फिर कुछ भी कर सकते हो अगर आप मेंटली और फिज़िकली स्ट्रॉन्ग हो। यस। जब हाँ जाना होता है ना, तो मन में थोड़ा तो डर होता होगा, तो उस डर पे कैसे काबू पाते हो? क्या कंट्रोल है अपने मन पे? मेरे पापा बहुत सपोर्ट करते हैं, मतलब जो भी दिक्कत होती है मैं अपने पापा से बताती हूँ, अपने पेरेंट्स को बताती हूँ, तो मेरे साथ बहुत कोऑपरेट करते हैं, सपोर्ट करते हैं। बस ऐसे ही जब भी मुझे डर लगता है मेरी हेल्प करते हैं। ट्रैवल के टाइम कोई ऐसी मेमोरी जो आपके लिए मेमोरेबल हो है ना, कोई हंसी मजाक जो आपको बड़ा याद रहता हो, बताएं कुछ। ਇੰਟਰਨੈਸ਼ਨਲ ਜਾਂਦੇ ਆ ਤੇ ਮੋਸਟਲੀ ਉਹਨਾਂ ਦੀ ਲੈਂਗੁਏਜ ਅਲੱਗ ਹੁੰਦੀ ਹੈ। ਸਭ ਤੋਂ ਬੜਾ ਫਨੀ ਮੂਮੈਂਟਸ ਬੜੀ ਅਸੀਂ ਕਈ ਵਾਰ ਕਰਦੇ ਨੇ, ਉਹਨਾਂ ਦੀ ਲੈਂਗੁਏਜ ਸਾਨੂੰ ਨਹੀਂ ਸਮਝ ਆ ਰਹੀ ਹੁੰਦੀ ਹਾਂਜੀ। ਤੇ ਅਸੀਂ ਵੀ ਆਪਣੀ ਪੰਜਾਬੀ ਚ ਜਾਂ ਹਿੰਦੀ ਚ ਕੋਈ ਨਾ ਕੋਈ ਗੱਲਬਾਤ ਕਰਦੇ ਆ ਉਹਨਾਂ ਨੂੰ ਛੇੜਨ ਲਈ। ਉਹ ਕਾਫੀ ਫਨੀ ਮੂਮੈਂਟਸ ਇਹ ਵੀ ਬੜੀਆਂ ਹੁੰਦੀਆਂ, ਸਾਨਵੀ ਔਰ ਮੈਂ ਬੜਾ ਮਿਲ ਕੇ ਕਰਦੇ ਆ। ਮੈਨੂੰ ਤਾਂ ਐਦਾਂ ਲੱਗਦਾ ਕਿ ਜਦੋਂ ਆਪਾਂ ਮਤਲਬ ਬਾਹਰ ਜਾਂਦੇ ਆ ਹਨਾ, ਤੇ ਕੋਈ ਐਦਾਂ ਦੇ ਲੋਕਾਂ ਨੂੰ ਮਿਲਦੇ ਆ ਜਿਨ੍ਹਾਂ ਦੀ ਲੈਂਗੁਏਜ ਹੋਰ ਹੁੰਦੀ ਹੈ ਹਨਾ, ਆਪਾਂ ਨੂੰ ਵੀ ਬੜੀ ਦਿਲਚਸਪੀ ਹੁੰਦੀ ਹੈ ਵੀ ਆਪਾਂ ਉਹਨਾਂ ਦੀ ਲੈਂਗੁਏਜ ਸਿੱਖੀਏ, ਤੇ ਉਹਨਾਂ ਨੂੰ ਵੀ ਇੰਟਰਸਟ ਹੁੰਦਾ ਹੈ ਕਿ ਉਹ ਆਪਣੀ ਲੈਂਗੁਏਜ ਸੁਣਨ। ਬਿਲਕੁਲ। ਹੋਰ ਇੰਨੇ ਸਾਨਵੀ ਐਕਸਪੋਜ਼ਰ ਕਰਦੀ ਨਾ, ਅਸੀਂ ਕਿਤੇ ਕਲਾਈਮ ਕਰਨ ਜਾਂਦੇ ਨਾ ਤਾਂ ਪੂਰੇ ਵਰਲਡ ਵਿੱਚੋਂ ਅਲੱਗ-ਅਲੱਗ, ਕੋਈ ਜਰਮਨੀ, ਕੋਈ ਅਮਰੀਕਾ, ਕੋਈ ਸਵਿਟਜ਼ਰਲੈਂਡ, ਕੋਈ ਮਤਲਬ ਬੜੇ ਅਲੱਗ-ਅਲੱਗ ਕੰਟਰੀਜ਼ ਤੋਂ ਆਏ ਹੁੰਦੇ ਆ। ਤਿੰਨੋਂ ਸਾਨਵੀ ਨੂੰ ਦੇਖਦੇ ਆ ਕਿ 8 9 10 ਸਾਲ ਦੀ ਲੜਕੀ ਆਈ ਹੋਈ ਹੈ, ਆਪਣੇ ਨੇਸ਼ਨ ਨੂੰ ਰਿਪਰੈਜ਼ੈਂਟ ਕਰ ਰਹੀ ਹੈ। ਔਰ ਸਾਨਵੀ ਜਦੋਂ ਵੀ ਕਿਤੇ ਟਰੈਕ ਕਰਦੀ ਹੈ ਤਾਂ ਮੋਸਟਲੀ ਉਹ ਇੰਡੀਅਨ ਫਲੈਗ ਲੈ ਕੇ ਹੀ ਟਰੈਵਲ ਕਰਦੀ ਹੈ। ਸਿਰਫ ਉੱਪਰ ਹੋਸਟ ਕਰਨਾ ਸਾਡਾ ਨਹੀਂ ਹੁੰਦਾ, ਅਸੀਂ ਤਾਂ ਆਪਣੇ ਨਾਲ ਉਹ ਆਪਣੇ ਕਲੋਥਸ ਦੇ ਉੱਪਰ ਆਪਣਾ ਇੰਡੀਅਨ ਫਲੈਗ ਲੈ ਕੇ ਟਰੈਵਲ ਕਰਦੀ ਹੈ ਤਾਂ ਕਿ ਆਪਣੇ ਨੇਸ਼ਨ ਉੱਪਰ ਰਿਪਰੈਜ਼ੈਂਟ ਕਰੀਏ। ਤੇ ਉੱਥੇ ਲੋਕਾਂ ਨੂੰ ਦੇਖ ਕੇ ਬੜਾ ਚੰਗਾ ਲੱਗਦਾ ਹੈ ਕਿ ਦੇਖਦੇ ਇੰਡੀਅਨ, ਇੰਡੀਆ ਤਾਂ ਬੜਾ ਪ੍ਰਾਊਡ ਫੀਲ ਹੁੰਦਾ ਹੋਰ ਸਾਨੂੰ ਉੱਥੇ ਸਾਰਿਆਂ ਨੂੰ। बहुत प्राउड वाली गल है। सबसे ज़्यादा स्ट्रिक्ट कौन है, मम्मी और पापा या घर में कोई और? वैसे दोनों स्ट्रिक्ट हैं, पर लाइक मतलब ज़्यादा स्ट्रिक्ट मेरे मम्मा हैं। तो सानवी को मम्मा से डर लगता है? हाँ जी। सारी बातें मानती है मतलब सानवी? हाँ ओके। तो सानवी भी थोड़ा थोड़ा होमवर्क करने में नाटक करती है या प्रॉपर टाइम टू टाइम सारा कुछ करती है? नहीं, टाइम टू टाइम सारा करना मतलब करती हूँ मैं। ठीक है। और लाइक कभी मिस हो जाता है वो अलग बात है, पर मैं टाइम टू टाइम करती हूँ। ठीक है। आपका फेवरेट सब्जेक्ट? मेरा फेवरेट सब्जेक्ट बायो है। ਸਾਨਵੀ ਨੇ ਪਹਿਲਾਂ ਗੱਲ ਕਹੀ ਕਿ ਅਸੀਂ ਜਾਣ ਤੋਂ 1 ਮਹੀਨਾ ਪਹਿਲਾਂ ਖੁਦ ਨੂੰ ਪ੍ਰਿਪੇਅਰ ਕਰਦੇ ਹਾਂ, ਉਸ ਅਕੋਰਡਿੰਗ ਡਾਈਟ ਲੈਂਦੇ ਹਾਂ, ਤੇ ਕਿ ਪਹਿਲਾਂ ਮਤਲਬ ਡੇਲੀ ਰੂਟੀਨ 'ਚ ਨਾਰਮਲ ਜਦੋਂ ਵੀ ਦਿਲ ਕਰਦਾ ਤੇ ਸਾਨਵੀ ਜੰਕ ਫੂਡ ਵਗੈਰਾ ਲੈਂਦੀ ਹੈ, ਖਾਂਦੀ ਹੈ? ਜੰਕ ਫੂਡ ਸਾਡੀ ਫੈਮਿਲੀ 'ਚ ਅਸੀਂ ਵੈਸੇ ਵੀ ਆਪਾਂ ਵੀ ਘੱਟ ਹੀ ਲੈਂਦੇ ਆ ਫੈਮਿਲੀ 'ਚ, ਬਟ ਮੈਂ ਬੜਾ ਇਹਨੂੰ ਮੈਂ ਫਿਰ ਉਹੀ ਕਹੂੰਗਾ ਕਿ ਇੱਕ ਪ੍ਰੋਫੈਸ਼ਨ ਆਪਾਂ ਕਰ ਰਹੇ ਆ, ਬਟ ਉਸਦੀ ਏਜ ਹੈ ਇੱਕ, ਠੀਕ ਹੈ। इसी एज ਚ ਆਪਾਂ ਸਭ ਕੁਝ ਉਹਨੇ ਕਰਨਾ ਹੈ, ਬਚਪਨਾ ਵੀ ਜੀਣਾ ਹੈ, ਖਾਣਾ ਵੀ ਹੈ, ਚਾਹੇ ਗੋਲਗੱਪੇ ਆ ਚਾਹੇ ਪੀਜ਼ਾ ਉਹ ਵੀ ਉਹਨੇ ਖਾਣੇ ਆ। ਤਾਂ ਮੈਂ ਕਦੀ ਇੱਦਾਂ ਰੋਕਦਾ ਨਹੀਂ ਹੈ। ਵਟਐਵਰ ਸ਼ੀ ਵਾਂਟ ਟੂ ਡੂ ਟੇਕ ਲੋ, ਖਾਓ, ਇੰਜੋਏ ਕਰੋ, ਠੀਕ ਹੈ। ਹਾਂ, ਜਦੋਂ ਆਪਾਂ 1 ਮਹੀਨਾ ਰਹਿ ਗਿਆ ਫਿਰ ਆਪਾਂ ਜ਼ਰੂਰ ਧਿਆਨ ਰੱਖਦੇ ਕਿ ਆਪਾਂ ਕੁਝ ਜ਼ਿਆਦਾ ਤਲਿਆ ਹੋਇਆ ਨਾ ਖਾਈਏ, ਕੁਝ ਜੰਕ ਫੂਡ ਨਹੀਂ ਖਾਣਾ ਹੈ, ਕਿਉਂਕਿ ਕਿਆ ਹੁੰਦਾ ਜਿਹਨੂੰ ਨੂੰ ਟਾਈਮ ਨੇੜੇ ਆਉਂਦਾ ਹੈ ਆਪ ਹੈਲਥ ਇਸ਼ੂਜ਼ ਵੀ ਹੋ ਸਕਦੇ ਆ। ਸਭ ਕੁਝ ਪਲਾਨ ਹੋ ਚੁੱਕਾ ਹੈ, ਇੱਕ ਆਈਟਨਰੀ ਬਣ ਚੁੱਕੀ ਹੈ, ਤੁਸੀਂ ਟਰੈਵਲ ਕਰਨਾ ਹੈ ਔਰ ਤੁਸੀਂ ਨੇੜੇ ਜਾ ਕੇ ਅਗਰ ਬਿਮਾਰ ਹੁੰਦੇ ਹੋ ਤਾਂ ਬਿਮਾਰ ਦੇ ਨਾਲ ਤੁਸੀਂ ਐਕਸਰਸਾਈਜ਼ ਵੀ ਨਹੀਂ ਕਰ ਸਕਦੇ ਜਾਂ ਤੁਹਾਡਾ ਰੂਟੀਨ ਚੇਂਜ ਹੋ ਜਾਏਗਾ।
ਤੇ ਇਸ ਕਰਕੇ ਉਸ ਚੀਜ਼ ਦਾ ਪ੍ਰੀਕਾਸ਼ਨਸ ਲੈਣ ਲਈ ਉਹ ਬਹੁਤ ਜ਼ਰੂਰੀ ਹੈ। ਜਿਵੇਂ ਕਿ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵੱਡੇ ਹੁੰਦੇ ਨੇ ਉਹ ਛੋਟੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਨੇ, ਹਾਂਜੀ। ਹਨਾ। ਜਦੋਂ ਅਸੀਂ ਵੱਡਿਆਂ ਨੂੰ ਕਹਿੰਦੇ ਆ, ਉਹਨਾਂ ਤੋਂ ਕੋਈ ਗੱਲਾਂ ਸੁਣਦੇ ਆ ਜਾਂ ਉਹਨਾਂ ਤੋਂ ਪੁੱਛਦੇ ਆ, ਹਨਾ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਹਾਂਜੀ ਪਰ ਜੇਕਰ ਕੋਈ ਛੋਟੇ ਕੁਝ ਸਿਖਾਉਂਦੇ ਨੇ ਤਾਂ ਉਹ ਵੀ ਵੱਡਿਆਂ ਦੇ ਦਿਮਾਗ ਵਿੱਚ ਵਸ ਜਾਂਦਾ ਹੈ ਤੇ ਬਿਲਕੁਲ, ਯਾਦਗਾਰ ਰਹਿ ਬਿਲਕੁਲ ਜਾਂਦਾ ਹੈ। ਜੀ। ਤਾਂ ਹੀ ਤਾਂ ਕਹਿੰਦੇ ਨੇ ਕਿ ਨਿੱਕੇ ਨਿੱਕੇ ਕਦਮ ਪਰਬਤਾਂ ਨੂੰ ਹਿਲਾਉਂਦੇ ਨੇ, ਨਿੱਕੇ ਨਿੱਕੇ ਕਦਮ ਪਰਬਤਾਂ ਨੂੰ ਹਿਲਾਉਂਦੇ ਨੇ ਤੇ ਅਸੀਂ ਡਰ ਕੇ ਬਹਿ ਜਾਂਦੇ ਹਾਂ, ਪਰ ਇਹ ਅੱਗੇ ਵੱਧ ਕੇ ਜਿੱਤ ਕੇ ਦਿਖਾਉਂਦੇ ਨੇ। ਬਿਲਕੁਲ ਜੀ। ਤੇ ਕਿਉਂਕਿ ਇੱਕ ਜਿਹੜਾ ਛੋਟਾ ਬੱਚਾ ਹੈ, ਕਈ ਵਾਰ ਉਹ ਸਾਨੂੰ ਬਹੁਤ ਕੁਝ ਅਜਿਹਾ ਸਿਖਾ ਦਿੰਦਾ ਹੈ ਜੋ ਸਾਡੇ ਦਿਮਾਗ ਵਿੱਚ ਇਸ ਤਰ੍ਹਾਂ ਵਸ ਕਰ ਜਾਂਦਾ ਹੈ ਕਿ ਸਾਨੂੰ ਕਦੇ ਵੀ ਨਹੀਂ ਭੁੱਲਦਾ ਤੇ ਅਸੀਂ ਉਸ ਚੀਜ਼ ਨੂੰ ਸੋਚ ਕੇ ਹੀ ਚੱਲਦੇ ਰਹਿੰਦੇ ਹਾਂ ਕਿ ਉਸਨੇ ਕਿੰਨਾ ਚੰਗੀ ਗੱਲ ਕੀਤੀ है तो कितना सही किया। बिल्कुल जी। सानवी, जैसे कि मतलब नॉर्मल डेज़ में अगर आप जैसे स्कूल जाते हो, है ना, इवनिंग में आप चलो वापस आते हो, तो आफ्टर फिर आपका क्या रूटीन रहता है प्रॉपर? 1 मंथ रह जाता है तो लाइक मैं प्रॉपर उसके बाद जिम करती हूँ। ओके। और हाँ जी, फिर इतना टाइम भी नहीं होता क्योंकि मैं स्कूल से आती ही बहुत लेट हूँ। और फिर मैं जिम करती हूँ 2 आवर्स एंड देन जिम में क्या क्या एक्सरसाइज लगाते हो? लाइक कार्डियो स्पेशली और लाइक साइकिलिंग होगी। मतलब सानवी को सब अच्छा हाँ लगता है। जी। तो और क्या क्या शौक है सानवी के? मेरी काफ़ी हॉबीज़ हैं, स्केचिंग होगी और मैं पहले काफ़ी स्केटिंग भी करती थी और मैंने काफ़ी गेम्स भी खेली हैं। क्या क्या आपको याद रहता है और क्या अच्छा लगता है जब आप जाते हो तो जब आपको रुकना पड़ता है ना, वो एक एक्सपीरियंस कैसा है, वो सफ़र कैसा है? लाइक जब हम टेंट्स में रहते हैं तो लाइक अभी मैं माउंट राहत जाके आई हूँ तो उसमें लाइक टेंट्स में रहना पड़ता है, उसमें स्लीपिंग बैग्स में इतनी जगह नहीं होती अपना सामान रखने के लिए ये वो, बट मैनेज करना पड़ता है। तो लाइक जब हम लाइक रेस्ट कर रहे होते हैं टेंट्स में समिट पुश के 1 दिन पहले, तो मतलब ग्लेशियर्स उधर से टूट रहे होते हैं और विंडी काफ़ी था इस बार माउंट राहत, तो लाइक अलग अलग मतलब डिफ़िकल्टीज़ बहुत आती हैं लाइक टेंट्स में रहना। हाँ जी। जैसे आप माउंट्स पे जाते हो, है ना, तो आप कितने कितने मीटर्स तक गए हो, तो वो आप बताएं। मेरा हाईएस्ट माउंट किलिमंजारो था, 5000 समथिंग था वो। ओके, बहुत बढ़िया है ना। जब हम हौसले के साथ, जज्बे के साथ चलते हैं तो हम हार नहीं मानते हैं, है ना। जैसे आज की जनरेशन है, आपकी एज के बच्चे हैं, है ना, आप उनको भी कोई मैसेज दो कि मतलब सिर्फ मोबाइल पे स्क्रीन टाइम पे टाइम वेस्ट करना, गेम्स पे टाइम वेस्ट करना, है ना, तो एक अच्छी बातें सीखना या कुछ करके दिखाना, तो उसके बारे में आप क्या कहोगे? हमें हमेशा फिट रहना चाहिए, लाइक लाइफ में अगर हमने कुछ करना है, आगे से सक्सेसफुल बनना है, तो लाइक फिट रहना चाहिए और मतलब आप हमें करना चाहिए, अपना एंजॉय करना चाहिए, बट फिट रहना और हर चीज़ में पार्ट लेना ये करना चाहिए। और सानवी भी एक फिक्स टाइम टेबल के अकॉर्डिंग चलती है? हाँ जी। ओके, तो क्या टाइम टेबल रहता है प्रॉपर? लाइक स्कूल रूटीन्स में तो लाइक प्रॉपर ही रहता है, बट लाइक जो वीकेंड्स आ जाते हैं उसमें लाइक कभी भी कुछ भी कर लेते हैं। हाँ जी। तो स्कूल की कोई मेमोरी जो आपको बड़ी अच्छी लगती है, जिससे होता है अभी मुझे अभी स्कूल जाना है बस, क्योंकि आपके फादर ने बताया कि अटेंडेंस तो सानवी की कंप्लीट ही है, जो कि बहुत अच्छी बात है। अगर हम मतलब आज के टाइम की बात करें तो बच्चे स्कूल से दूर भागते हैं, है ना, कहते हैं कि हमें स्कूल नहीं जाना है, कईयों को माहौल नहीं अच्छा लगता है, कई आजकल ਦਾ सर टाइम ਐਵੇਂ ਦਾ ਹੈ कि ਜੇਕਰ मतलब टीचर्स ਬੱਚਿਆਂ ਨੂੰ ਟੋਕ ਦਿੰਦੇ ਨੇ ਤਾਂ ਬੁਰਾ ਮੰਨ ਜਾਂਦੇ ਨੇ। ਜੇਕਰ ਸਰ ਅਸੀਂ ਪੁਰਾਣੇ ਟਾਈਮ ਦੀ ਗੱਲ ਕਰੀਏ, ਮੈਂ ਵੀ ਆਪਣੇ ਪੇਰੈਂਟਸ ਤੋਂ ਸੁਣਦੀ ਸੀ ਤਾਂ ਉਹ ਇਹ ਕਹਿੰਦੇ ਸੀ ਕਿ ਸਾਡੇ ਤਾਂ ਟੀਚਰ ਕੰਨ ਵੀ ਖਿੱਚਦੇ ਸੀ ਨਾ ਤਾਂ ਸਾਨੂੰ ਬੁਰਾ ਨਹੀਂ ਲੱਗਦਾ ਸੀ। ਬਿਲਕੁਲ ਬਿਲਕੁਲ। ਜਦੋਂ ਇਹਨੂੰ ਪ੍ਰਾਈਮ ਮਿਨਿਸਟਰ ਅਵਾਰਡ ਮਿਲਣਾ ਸੀਗਾ, ਉਹਨੂੰ ਵੀ ਇਹ ਈਵਨ ਇਹਦੇ ਵਰਡ ਸੀਗੇ, ਪਾਪਾ ਮੇਰੇ ਐਬਸੈਂਟ ਲੱਗ ਜਾਣੀ, ਮੈਂ ਅਵਾਰਡ ਲੈਣ ਨਹੀਂ ਜਾ ਸਕਦੀ। ਵਾਓ। ਤੇ ਸਕੂਲ ਮੈਨੂੰ ਯਾਦ ਹੈ, ਮੈਂ ਸਕੂਲ ਦੇ ਡਾਇਰੈਕਟਰ ਸਰ ਨੂੰ ਜਾਂ ਮੈਮ ਨੂੰ ਰਿਕੁਐਸਟ ਕੀਤੀ ਕਿ ਸ਼ੀ ਇਜ਼ ਵਰੀਡ ਅਬਾਊਟ ਅਟੈਂਡੈਂਸ, ਬਟ ਉਹ ਇੰਨਾ ਵੱਡਾ ਅਵਾਰਡ ਹੈ ਔਰ ਇੱਕ ਸਕੂਲ ਲਈ ਵੀ ਸੀਗਾ, ਸਕੂਲ ਮਤਲਬ ਪੂਰੇ ਨੇਸ਼ਨ ਲਈ ਸੀ, ਤੇ ਮਤਲਬ ਸ਼ੀ ਇਜ਼ ਵਰੀਡ ਕਿ ਮੇਰੀ ਅਟੈਂਡੈਂਸ ਐਬਸੈਂਟ ਲੱਗ ਜਾਏਗੀ, ਉਹ ਤਾਂ ਵੀਕਡੇਜ਼ 'ਚ ਆ ਗਿਆ ਹੈ ਜੀ। ਸ਼ੀ ਇਜ਼ ਦੈਟ ਮਚ ਕੰਸਰਨ। ਬਹੁਤ ਵਧੀਆ ਗੱਲ ਹੈ ਕਿ ਮਤਲਬ ਜੇਕਰ ਅੱਜ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਕੋਈ ਵੀ ਰਿਸਪੌਂਸਿबिलिटी ਲੈਂਦਾ ਹੀ ਨਹੀਂ। ਹਾਂਜੀ। हर कोई ये सोचता है कि हो जाएगा, कर लांगे। सबसे बड़ी बात सानवी, जब हमारे मन में ये बात आती है कि हम सोचते हैं कि आज हमें ये काम करना
हमने एक स्केड्यूल है हमारा, टाइम टेबल रेडी किया, मन में प्रिपेयर कर लिया अभी हम ये करेंगे, इस टाइम पे चलो हमने खेलना है, इस टाइम पे स्टडी करनी है और कुछ करना ही करना है, फोकस ऑन गोल, है ना, फिर भी हमारा दिमाग है जो माइंड है उससे भटक जाता है। तो उसके बारे में आप क्या सोचते हो? कैसे एक माइंड सेट प्रिपेयर करते हो कि नहीं जो सोचा वो करना है? हमें फोकस रहना चाहिए, मतलब अपने माइंड में सेट कर लेना चाहिए। अगर आपका वो गोल है तो मतलब उसके ऊपर ध्यान दो। काफ़ी टाइम्स होता है कि लाइक 2 दिन हमने फोकस किया और फिर तीसरे दिन हम हट गए, पर हमें मतलब फोकस रहना चाहिए और उस गोल की, जो भी आपका गोल है उस चीज़ के बारे में सोचना चाहिए। बिल्कुल सर, ਤੁਸੀਂ ਇਸ ਬਾਰੇ ਕੀ ਕਹੋਗੇ? ਇੱਕ ਪੋਜ਼ਿਟਿਵ ਮਾਈਂਡ ਸੈਟਅਪ ਵਾਸਤੇ ਸਭ ਤੋਂ ਵੱਡਾ ਗੱਲ ਤਾਂ ਸਾਨਵੀ ਨੇ ਵਰਡ ਯੂਜ਼ ਅੱਛਾ ਕੀਤਾ, ਫੋਕਸ। ਅਗਰ ਤੁਸੀਂ ਆਪਣੇ ਗੋਲ ਲਈ ਫੋਕਸਡ ਹੋ, ਮਤਲਬ ਇੱਕ ਕੋਈ ਵੀ ਤੁਸੀਂ ਟਾਰਗੇਟ ਫਿਕਸ ਕੀਤਾ ਹੈ, ਅਗਰ ਅਚੀਵ ਕਰਨ ਲਈ ਤੁਹਾਡੀ ਜੋ ਪੋਜ਼ਿਟਿਵ એનર્ਜੀ ਤੁਸੀਂ ਰੱਖਦੇ ਹੋ ਕਿ ਡੈਫੀਨੇਟਲੀ ਉਹ ਫਿਰ ਅਚੀਵ ਜ਼ਰੂਰ ਕਰ ਪਾਉਂਦੇ ਆ। ਰੀਸੈਂਟਲੀ ਦਾ ਫਿਰ ਅਸੀਂ ਗੱਲ ਕਰੀਏ ਮਾਊਂਟ ਅਰਾਹਤ ਦੀ ਕਰੀਏ, ਮਾਊਂਟ ਅਰਾਹਤ ਲੈਂਥ ਵਾਈਜ਼ ਜ਼ਿਆਦਾ ਨਹੀਂ ਸੀਗਾ ਬਟ ਬੜਾ ਸਟੀਪ ਸੀਗਾ, ਗਲੇਸ਼ੀਅਰ ਮਾਊਂਟੇਨ ਸੀਗਾ। ਲਾਸਟ ਸਮਿਟ ਨਾਈਟ ਨੂੰ ਅਸੀਂ ਜਦੋਂ ਜਾ ਰਹੇ ਸੀਗੇ ਕਾਫੀ ਵਿੰਡੀ ਵੈਦਰ ਹੋ ਗਿਆ ਸੀ, ਵੈਦਰ ਬਹੁਤ ਜ਼ਿਆਦਾ ਵਿੰਡੀ ਸੀਗਾ। ਈਵਨ ਮੈਨੂੰ ਦਿੱਕਤ ਆ ਰਹੀ ਸੀ, ਸੋਚ ਰਿਹਾ ਸੀ ਮੈਂ, ਬਟ ਮੈਂ ਸਿਰਫ ਇੱਕ ਚੀਜ਼ ਕਰਕੇ ਚੱਲ ਰਿਹਾ ਸੀ, ਸਾਨਵੀ ਦੀ ਲੈਗਸ ਨੂੰ ਮੈਂ ਦੇਖ ਰਿਹਾ ਸੀਗਾ। ਸਾਨਵੀ ਦੇ ਜਿੱਦਾਂ ਦਾ ਪੈਰ ਚੱਲ ਰਹੇ ਸੀਗੇ ਮੇਰੇ ਪੈਰ ਚੱਲ ਰਹੇ ਸੀਗੇ, ਹੌਂਸਲੇ 'ਚ ਮੈਂ ਥੋੜ੍ਹਾ ਜਿਹਾ ਡਗਮਗਾਇਆ ਸੀਗਾ। ਅਸੀਂ ਔਨ ਮੈਂ ਕੈਮਰਾ ਕਹਿ ਰਿਹਾ ਹੈ ਜੀ, ਠੀਕ ਹੈ, ਬਟ ਆਪਣੀ ਬੇਟੀ ਦੀਆਂ ਉਹ ਮਤਲਬ ਲੈਗਸ ਚੱਲਦੇ ਹੋਏ ਕਿ ਉਹ ਚੱਲ ਰਹੀ ਹੈ, ਨਹੀਂ ਮੈਨੂੰ ਚੱਲਣਾ ਪੈਣਾ ਹੈ, ਮੈਨੂੰ ਚੱਲਣਾ ਪੈਣਾ ਹੈ। ਤਾਂ ਉਹ ਮੇਰਾ ਸਾਰਾ ਫੋਕਸ ਉੱਧਰ ਸੀਗਾ ਕਿ ਉਹ ਜਾ ਰਹੀ ਹੈ, ਮੈਂ ਉਹਨੂੰ ਸਪੋਰਟ ਕਰਨਾ, ਮੈਂ ਨਾਲ ਜਾਣਾ ਹੈ। ਅਗਰ ਮੈਂ ਆਪਣੇ ਫੋਕਸ ਤੋਂ ਹਟਦਾ तो सानवी ਨੂੰ ਵੀ ਅਚੀਵ ਕਰਨ 'ਚ ਦਿੱਕਤ ਆਉਂਦੀ। बिल्कुल। ਤੇ ਇਹ ਚੀਜ਼ਾਂ ਹੈਗੀਆਂ ਸਾਰੀਆਂ। जैसे पापा ने कहा कि मैं कई बार बीच में घबरा जाता हूँ, है ना, तो सानवी को वो शो करते हैं, उसको पता चल जाता है कि वो पापा को आगे से हौसला देती है, नहीं पापा जाएंगे। कभी कभी लाइक शो हो जाता है और तब भी मैं पापा को मोटिवेट करती हूँ कि पापा हम करेंगे, हम करेंगे। ਹਾਂ, ਇਸ ਵਾਰ ਮਾਊਂਟ ਅਰਾਹਤ ਤੇ ਵੀ ਜਾ ਰਹੇ ਸੀ, ਮੈਨੂੰ ਯਾਦ ਹੈ। ਤੇ ਥੋੜਾ ਜਿਹਾ ਮੈਨੂੰ ਸੀ ਰੁਕ ਜਾ, ਚੱਲ ਅਸੀਂ ਪਾਣੀ ਪੀਣਾ ਹੈ, ओके, ਕਿ ਪਾਣੀ ਪੀ ਲੈਂਦਾ ਮੈਂ, ਰੁਕ ਜਾਂਦਾ ਹੈ। ਇਹ ਗਾਈਡ ਨਾਲ ਚੱਲ ਰਹੀ ਸੀ, ਮੈਂ ਪਿੱਛੇ ਆ ਰਿਹਾ ਸੀ ਇਹਦੇ ਬੈਕ ਸਾਈਡ ਤੇ, ਤਾਂ ਮੈਨੂੰ ਕਹਿ ਰਿਹਾ ਸੀ ਤੂੰ ਗਾਈਡ ਇੰਗਲਿਸ਼ ਨਹੀਂ ਸਮਝ ਪਾ ਰਿਹਾ ਸੀਗਾ, ਉਹਨਾਂ ਸਿਰਫ ਭਾਈ ਇਸ਼ਾਰੇ 'ਚ ਗੱਲ ਕਰ ਰਹੇ ਸੀਗੇ, ਸਟਾਪ, ਲੈਟਸ ਗੋ, ਆਈ ਐਮ ਓਕੇ, ਆਈ ਐਮ ਓਕੇ। ਤੇ ਇਹ ਉਹਨੂੰ ਕਹਿ ਰਹੀ ਸੀ ਆਈ ਐਮ ਓਕੇ ਓਕੇ ਓਕੇ, ਇਹ ਚੱਲੀ ਜਾ ਰਹੀ ਸੀ। ਮੈਨੂੰ ਕਹੇ ਰੁਕ ਜਾ, ਮੈਂ ਪਾਣੀ ਪੀਣਾ, ਤੂੰ ਰੁਕ ਜਾ, ਆਪਾਂ ਰੁਕ ਜਾਈਏ। ਤੇ ਬਟ ਸ਼ੀ ਇਜ਼ ਕੌਨਫੀਡੈਂਟ, ਉਹ ਚੱਲ ਰਹੀ ਸੀਗੀ, ਫਿਰ ਉਹਦੇ ਪਿੱਛੇ ਮੈਂ ਆ ਰਿਹਾ ਸੀਗਾ। ਜਦੋਂ ਮਤਲਬ ਤੁਸੀਂ ਜਾਣਦੇ ਹੋ, ਹੈ ਨਾ, ਤੇ ਉਹ ਸਫ਼ਰ ਦਿਮਾਗ 'ਚ ਤਾਂ ਚਲੋ ਪ੍ਰਿਪੇਅਰ ਕੀਤਾ ਹੋਇਆ ਹੈ ਕਿ ਜਾਣਾ ਹੀ ਜਾਣਾ ਹੈ, ਪਰ ਅੱਗੇ ਜਾ ਕੇ ਆਪਾਂ ਨੂੰ ਨਹੀਂ ਪਤਾ ਕਿ ਸਫ਼ਰ ਔਖਾ ਰਹਿਣਾ ਹੈ ਕਿ ਸੌਖਾ ਰਹਿਣਾ ਹੈ, ਕੀ ਚੁਣੌਤੀਆਂ ਦਾ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਾ। ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਕਈ ਚੁਣੌਤੀਆਂ ਸਾਨੂੰ, ਹੈ ਨਾ, ਮਤਲਬ ਐਕਿਊਟ ਮਾਊਂਟੇਨ ਸਿਕਨੈਸ ਦਾ ਵੀ ਬਹੁਤ, ਹੈ ਨਾ, ਚੁਣੌਤੀ ਹੈ ਕਿ ਬਹੁਤ ਵੱਡੀ, ਚੱਕਰ ਆਉਣੇ, ਸਿਰ ਦਰਦ ਹੋਣਾ, ਵੋਮਿਟਸ ਹੋਣੀਆਂ, ਬਹੁਤ ਕੁਝ ਫੇਸ ਕਰਨਾ ਪੈਂਦਾ ਹੈ ਨਾ। ਤੇ ਉੱਥੇ ਫਿਰ ਇਹ ਚੀਜ਼ਾਂ ਨੂੰ ਸਾਨਵੀ ਕਿੱਦਾਂ ਫੇਸ ਕਰਦੀ ਹੈ? ਮੈਂ ਫਿਰ ਰੀਸੈਂਟਲੀ ਐਕਟੀਵਿਟੀ ਤੇ ਆਊਂਗਾ ਮਾਊਂਟ ਅਰਾਹਤ ਤੇ ਹੀ। ਮਾਊਂਟ ਅਰਾਹਤ ਜਦੋਂ ਜਾ ਰਹੇ ਸੀਗੇ, ਕਲਾਈਮਬਿੰਗ ਸਾਡੀ 4 ਡੇਜ਼ ਦੀ ਸੀਗੀ। ਅਸੀਂ 29 ਨੂੰ ਸਮਿਟ ਪੁਸ਼ਲੇ ਜਾਣਾ ਸੀ, 29 ਨੂੰ ਅਸੀਂ ਟੌਪ ਤੇ ਜਾਣਾ ਸੀਗਾ, ਬਟ 29 ਨੂੰ ਉੱਥੇ ਰੇਨਫਾਲ ਸੀਗੀ ਔਰ ਵੈਦਰ ਅੱਛਾ ਨਹੀਂ ਸੀਗਾ। ਤੇ ਅਸੀਂ ਉਹ 28 ਨੂੰ ਹੀ ਪਲਾਨ ਕੀਤਾ, ਇੱਕ ਦਿਨ ਪਹਿਲਾਂ, ਜਦਕਿ ਸਾਡੇ ਤੋਂ ਜਿਨ੍ਹਾਂ ਨੇ ਇੱਕ ਦਿਨ ਪਹਿਲਾਂ ਐਕਸਪੀਡੀਸ਼ਨ ਸਟਾਰਟ ਕੀਤੀ ਸੀਗੀ, ਮਤਲਬ ਅਸੀਂ ਉਹਨਾਂ ਨੇ 28 ਨੂੰ ਐਕਸਪੀਡੀਸ਼ਨ ਫਾਈਨਲ ਕਰਨੀ ਸੀਗੀ, ਅਸੀਂ 29 ਨੂੰ ਕਰਨੀ ਸੀਗੀ, ਬਟ ਅਸੀਂ ਇੱਕ ਦਿਨ ਪਹਿਲਾਂ ਪ੍ਰੀਪੌਂਡ ਕੀਤੀ, ਜਦਕਿ ਸਾਨਵੀ ਬੜੀ ਛੋਟੀ ਸੀਗੀ। ਉੱਥੇ ਕਈਆਂ ਨੇ ਕਿਹਾ ਕਿ ਪੋਸੀਬਲ ਨਹੀਂ ਹੈ, ਉਹਨੂੰ ਅਕਿਊਟ ਸਿਕਨੈਸ ਹੋ ਸਕਦੀ ਹੈ, ਤੁਸੀਂ ਹਾਈ ਐਲਟੀਟਿਊਡ ਉੱਪਰ ਆ ਚੁੱਕੇ ਆ, ਤੁਹਾਨੂੰ ਇੱਥੇ ਰਹਿਣਾ ਪੈਣਾ ਹੈ। ਬਟ ਮੇਰੇ ਗਾਈਡਸ ਨੇ ਕਿਹਾ ਹੈ ਕਿ ਉਹਦਾ ਪ੍ਰੀਵੀਅਸ ਐਕਸਪੀਰੀਅੰਸ ਦੇਖਦੇ ਹੋਏ ਕਿ ਉਹ ਕਰ ਸਕਦੀ ਹੈ। ਚਲੋ ਅਸੀਂ ਸਟੈਪ ਚੱਕਿਆ ਅਤੇ ਅਸੀਂ ਇੱਕ ਦਿਨ ਐਕਸਪੀਡੀਸ਼ਨ ਨੂੰ ਪ੍ਰੀਪੌਂਡ ਕਰਕੇ ਆਪਣੇ ਤੋਂ ਇੱਕ ਗਰੁੱਪ ਨਾਲ ਪਹਿਲਾਂ ਚੱਲ ਪਏ। ਓਕੇ। ਤੇ ਅਸੀਂ 200-250 ਮੀਟਰ ਅੱਗੇ ਗਏ ਸੀਗੇ ਕਿ ਇੱਕ ਜਾਣਾ ਕੋਈ 30-40 ਇਅਰਸ ਦਾ ਹੋਣਾ, ਜੋ ਵੀ, ਉਹ ਵਾਪਿਸ ਆ ਰਿਹਾ ਸੀਗਾ। ਬੜੀ ਅਰਲੀ ਮਾਰਨਿੰਗ, ਅਸੀਂ ਰਾਤੀ 1 ਵਜੇ ਚੱਲਣਾ ਸ਼ੁਰੂ ਕੀਤਾ, ਉਹ 1:30 ਵਜੇ ਵਾਪਿਸ ਆ ਰਿਹਾ ਸੀਗਾ। ਜਿੱਦਾਂ ਅਸੀਂ ਐਕਿਊਟ ਸਿਕਨੈਸ ਦੀ ਗੱਲ ਕੀਤੀ ਹੈ, ਤੇ ਉਹ ਵਾਪਿਸ ਆ ਰਿਹਾ ਸੀ। ਦੇਖ ਕੇ ਮੈਂ ਫਿਰ ਡਰਿਆ, ਮੈਂ ਕਿਹਾ ਇਹ ਤਾਂ ਬੜੀ ਜਲਦੀ ਕੋਈ ਵਾਪਿਸ ਆ ਰਿਹਾ ਹੈ, ਮਤਲਬ ਕਿਉਂਕਿ ਆਕਸੀਜਨ ਘੱਟ ਸੀਗੀ ਉੱਥੇ ਜੀ। ਥੋੜਾ ਹੋਰ ਅੱਗੇ ਗਏ, 2-3 ਆਪਣੇ ਮਾਊਂਟੇਨੀਅਰ ਸੀਗੇ, ਉਹ ਵੀ ਵਾਪਿਸ ਆ ਰਹੇ ਸੀਗੇ, ਬਟ ਸਾਨਵੀ ਇਜ਼ ਕੌਨਫੀਡੈਂਟ, ਸ਼ੀ ਕੈਨ ਡੂ ਪਾਪਾ, ਵੀ ਕੈਨ ਡੂ, ਨੋ ਇਸ਼ੂ ਪਾਪਾ, ਹਮ ਜਾਏਂਗੇ। ਤੇ ਜਦੋਂ ਅਸੀਂ ਉੱਪਰ ਪਹੁੰਚੇ, ਈਵਨ ਇੱਕ ਅੱਛਾ ਮਾਊਂਟੇਨੀਅਰਸ, ਬਹੁਤ ਅੱਛਾ, ਉਹਨੇ ਸਬਮਿਟ ਵੀ ਕਰ ਲਿਆ, ਬਟ ਡਿਊ ਟੂ ਹਾਈ ਅਕਿਊਟ ਉਹਦੇ ਕਰਕੇ ਉਹਨੂੰ ਕਾਫੀ ਹੈਡੇਕ ਵਗੈਰਾ ਇਸ਼ੂ ਹੋਇਆ, ਮਤਲਬ ਹੀ ਇਜ਼ ਫੁੱਲੀ ਅਨਕੌਂਸ਼ੀਅਸ। ਉਹਨੂੰ ਈਵਨ ਆਉਂਦੇ ਹੋਏ 3-4 ਲੋਕੀ ਚੱਕ ਕੇ ਲੈ ਕੇ ਆਏ। ਉਹਨੂੰ ਦੇਖ ਕੇ, ਉੱਦਾਂ ਹੀ ਚੀਜ਼ਾਂ ਦੇਖ ਕੇ ਕਿਵੇਂ ਡਰ ਵੀ ਲੱਗਦਾ ਹੈ ਕਿ
ਮਤਲਬ ਕਿਉਂਕਿ ਯੂ ਆਰ ਗੋਇੰਗ ਇਨ, ਚਾਹੇ ਤੁਸੀਂ ਜਿੰਨੇ ਮਰਜ਼ੀ ਫਿੱਟ ਹੋ, ਵੱਡੇ ਤੋਂ ਵੱਡਾ ਮਾਊਂਟੇਨੀਅਰ ਹੈ, ਬਟ ਜਦੋਂ ਤੁਸੀਂ ਹਾਈ ਐਲਟੀਟਿਊਡ ਤੇ ਜਾ ਰਹੇ ਆ, ਇਟ ਇਜ਼ ਨਾਟ ਲਾਈਕ ਦੈਟ ਕਿ ਤੁਸੀਂ ਅੱਛੇ ਹੋ ਤੇ ਤੁਸੀਂ ਅੱਛਾ ਹੀ ਪਲੇ ਕਰੋਗੇ। ਜਿੱਦਾਂ ਕੋਈ ਕ੍ਰਿਕਟਰ ਹੈ, ਚਾਹੇ ਸਚਿਨ ਹੀ ਹੈ, ਇਹ ਨਹੀਂ ਕਿ ਹਰ ਮੈਚ ਹੀ ਅੱਛਾ ਹੀ ਪਲੇ ਕਰੇਗਾ, ਚਾਹੇ ਉਹ ਬੈਸਟ ਵਨ ਹੈ, ਤੇ ਉੱਦਾਂ ਹੀ ਨੂੰ ਆਪਾਂ ਉੱਪਰ ਜਾਂਦੇ ਆ, ਚਾਹੇ ਤੁਸੀਂ ਜਿੰਨੇ ਮਰਜ਼ੀ ਫਿੱਟ ਹੋ, ਬਟ ਤੁਹਾਨੂੰ ਇਸ ਚੀਜ਼ ਦਾ ਅਸਰ ਹੋ ਸਕਦਾ, ਤੁਸੀਂ ਫਿਟਨੈਸ ਵਿੱਚ ਜਿੰਨੀ ਵਧੀਆ ਹੋਵੇ। ਜੀ, ਇਹ ਤਾਂ ਹੈ ਸਰ ਵੀ ਸਾਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈ ਵਾਰ ਐਵਲਾਂਚਿਸ ਦਾ ਵੀ ਹੈ ਨਾ ਅਸੀਂ ਦੇਖਦੇ ਹਾਂ ਵੀ ਬਹੁਤ ਔਖਾ ਹੈ ਨਾ। ਹੁਣ ਨੀਮਸ ਦਾ ਇਹ ਜਿਹਨੂੰ ਅਸੀਂ ਬ੍ਰੌਡ ਪੀਕ ਉੱਪਰ ਪਾਕਿਸਤਾਨ ਉੱਪਰ ਦੇਖੋ, ਵਰਲਡ ਦੇ ਸਭ ਤੋਂ ਵੱਡੇ ਮਾਊਂਟੇਨੀਅਰ ਨੀਮਸ ਦਾ ਹੀ, ਮਤਲਬ ਆਪਾਂ ਕੋਈ ਸੋਚ ਵੀ ਨਹੀਂ ਸਕਦਾ ਐਵਲਾਂਚ ਵਿੱਚ ਉਹਨਾਂ ਦੇ ਐਕਸਪਾਇਰ ਹੋ ਗਏ ਆ। ਮਤਲਬ ਮਾਊਂਟੇਨਿੰਗ ਵਾਸਤੇ ਮੈਨੂੰ ਲੱਗਦਾ ਇਸ ਤੋਂ ਵੱਡਾ ਲਾਸ ਨਹੀਂ ਹੋ ਸਕਦਾ। ਅਸੀਂ ਵੀ ਸ਼ਾਇਦ, ਮੈਂ ਵੀ ਪਰਸਨਲੀ ਦੱਸਾਂ, ਮੈਨੂੰ ਇਹ ਲੱਗਦਾ ਮੇਰੀ ਫੈਮਿਲੀ ਚੋਂ ਕੋਈ ਚਲਾ ਗਿਆ ਹੈ। 3 ਸਾਲ ਪਹਿਲਾਂ ਤੱਕ ਮੈਂ ਮਾਊਂਟੇਨੀਅਰ ਨਾਲ ਇੰਨਾ ਜੁੜਿਆ ਨਹੀਂ ਸੀ, ਪਰ ਹੁਣ ਇਹ ਲੱਗਦਾ ਕਿ ਮੇਰੀ ਫੈਮਿਲੀ ਚੋਂ ਕੋਈ ਐਕਸਪਾਇਰ ਹੋ ਗਿਆ ਹੈ। ਮਤਲਬ ਹੀ ਇਜ਼ ਅ ਲੈਜੈਂਡ, ਮਤਲਬ ਇੰਨੇ ਵੱਡੇ ਮਾਊਂਟੇਨੀਅਰ ਸੀਗੇ ਜੀ। ਸਰ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਕੋਈ ਨਵਾਂ ਸਫ਼ਰ ਤੈਅ ਕਰ ਲੈਂਦੇ ਹਾਂ ਤਾਂ ਆਪਾਂ ਦਾ ਉਸ ਚੀਜ਼ ਨਾਲ ਪਿਆਰ ਪੈ ਜਾਂਦਾ ਹੈ ਨਾ। ਆਪਾਂ ਇੱਕ ਮਾਈਂਡ ਸੈਟ ਕਰ ਲਿਆ ਕਿ ਸਾਡਾ ਗੋਲ ਰੈਡੀ ਹੈ, ਅਸੀਂ ਕਰਨਾ ਹੀ ਕਰਨਾ ਹੈ, ਫਿਰ ਉਹ ਅਸੀਂ ਹਰ ਚੀਜ਼ ਦੇ ਅਰਾਊਂਡ ਘੁੰਮਦੇ ਹਾਂ, ਉਹਦੇ ਨਾਲ ਜੁੜ ਜਾਂਦੇ हैं, है ना। अब सानवी, मुझे ये बताओ कि जैसे आप जाते हो, है ना, तो जैसे मैंने पापा से भी बात की, कई प्रॉब्लम्स आती हैं और डर भी लगता है ना। जैसे आपने बताया कि अगर हम फोकस्ड होके चलते हैं तो सब कुछ ठीक ही रहता है। तो जब आप ऊपर पहुंच जाते हो, है ना, मन में होता है कि बस अब पहुंचने वाले हैं या पहुंच गए हैं, बस हो गया, उस टाइम मन में क्या घबराहट, क्या खुशी, कैसा होता है वो बताओ। ऊपर मतलब जाके बस होता है कि हम बस पहुंच गए, बस अब हो गया, हम ऊपर हैं उस टॉप के, अब कोई टेंशन नहीं है। और मैं मतलब प्राउड बहुत अच्छा फील करती हूँ। मेरे पापा लाइक काफ़ी खुश होते हैं, हम फोटोज़ काफ़ी, तो वहाँ पे बहुत अच्छा माहौल होता है वहाँ पे जब हम टॉप फतेह कर लेते हैं। ਹਰ ਬੱਚੇ ਦੇ ਸ਼ੌਂਕ ਹੁੰਦੇ ਆ, ਹੈ ਨਾ, ਉਹ ਵੱਖਰੀ ਚੀਜ਼ਾਂ ਵਿੱਚ ਇੰਟਰਸਟ ਰੱਖਦਾ ਹੈ, ਤੇ ਬਹੁਤ ਵਧੀਆ ਗੱਲ ਹੈ ਕਿ ਸਾਨਵੀ ਨੇ ਚੁਣਿਆ, ਅੱਗੇ ਵਧੀ ਤੇ ਜਿੱਤ ਕੇ ਵੀ ਦਿਖਾਇਆ, ਹੈ ਨਾ, ਕਿਉਂਕਿ ਇੱਕ ਹੌਸਲਾ ਜਜ਼ਬਾ ਬਹੁਤ ਜ਼ਰੂਰੀ ਹੈ। ਤੇ ਸਰ ਜਿਵੇਂ ਕਿ ਮੈਂ ਅਗਰ ਤੁਹਾਡੀ ਗੱਲ ਕਰਾਂ, ਹੈ ਨਾ, ਤੇ ਤੁਸੀਂ ਵੀ ਸੋਚਦੇ ਹੋਵੋਗੇ ਪਹਿਲਾਂ, ਹੈ ਨਾ, ਵੀ ਮਤਲਬ ਲਾਈਫ ਚਲੋ ਨੋਰਮਲ ਚੱਲ ਰਹੀ ਹੈ, ਫਿਰ ਸੋਚਿਆ, ਸਾਨਵੀ ਨੇ ਤੁਹਾਨੂੰ ਦੱਸਿਆ, ਤੁਸੀਂ ਫੈਮਿਲੀ ਨਾਲ ਗੱਲ ਕੀਤੀ, ਕਿ ਫੈਮਿਲੀ ਦਾ ਫਸਟ ਰਿਐਕਸ਼ਨ ਹੀ ਇੱਦਾਂ ਸੀ ਕਿ ਹਾਂ ਓਕੇ, ਤੁਸੀਂ ਕਿਹਾ ਕਿ ਚਲੋ ਫੈਮਿਲੀ ਨੇ ਸਪੋਰਟ ਕੀਤਾ ਤੇ ਬਾਕੀਆਂ ਨੇ ਕਿਹਾ ਕਿ ਹਲੇ 7 ਸਾਲ ਦੀ ਹੈ, ਪਰ ਤੁਹਾਨੂੰ ਸਾਨਵੀ ਵੱਡੀ ਲੱਗਦੀ ਸੀ, ਤੁਸੀਂ ਕਿਹਾ ਵੀ ਇਹ ਕਰ ਸਕਦੀ ਹੈ, ਜਦੋਂ ਜਨੂਨ ਤੇ ਜਜ਼ਬਾ ਹੋਵੇ ਤਾਂ ਕੁਝ ਵੀ ਕੀਤਾ ਜਾ ਸਕਦਾ ਹੈ। ਪਰ ਮੈਂ ਫੈਮਿਲੀ ਦਾ ਰਿਐਕਸ਼ਨ ਜਾਨਣਾ ਚਾਹੂੰਗੀ ਕਿ ਤੁਸੀਂ ਕਹਿੰਦੇ ਗਏ ਤੇ ਜਸਟਲੀ ਫੈਮਿਲੀ ਦਾ ਕੀ? ਫੈਮਿਲੀ 'ਚ ਮੇਰੀ ਵਾਈਫ ਬੜੀ ਸਪੋਰਟਿਵ ਹੈ, ਉਹਨੇ ਬੜਾ ਹਮੇਸ਼ਾ ਬੜੀ ਹਰ ਮੂਵਮੈਂਟ 'ਤੇ ਉਹਨੇ ਸਾਨੂੰ ਸਪੋਰਟ ਕੀਤਾ, ਬਟ ਫਸਟ ਰਿਐਕਸ਼ਨ ਉਹਨਾਂ ਦਾ ਵੀ ਆਈ ਸੀਗਾ, ਕਿਉਂਕਿ ਇੱਕ ਮਾਂ ਦਾ ਦਿਲ ਆਪਣੀ ਬੇਟੀ ਵਾਸਤੇ, ਪਿਓ ਦਾ ਦਿਲ ਅਲੱਗ ਹੈ, ਮਾਂ ਦਾ ਦਿਲ ਅਲੱਗ ਹੈ, ਉਹਦੇ ਵਾਸਤੇ ਵੀ ਆਪਣੀ ਬੇਟੀ, ਤੇ ਉਹਨਾਂ ਨੇ ਬਿਲਕੁਲ ਮਨਾ ਕੀਤਾ ਮੈਨੂੰ, ਨਹੀਂ ਪਾਗਲ ਹੋ ਤੁਸੀਂ, ਇਹ ਕਿਵੇਂ ਸੋਚ ਸਕਦੇ ਹੋ, ਕਿਉਂਕਿ ਇਸ ਇਲਾਕੇ ਵਿੱਚੋਂ, ਪੰਜਾਬ ਦੇ ਇਲਾਕੇ ਵਿੱਚੋਂ, ਰੋਪੜ ਤੋਂ ਅਸੀਂ ਬਿਲੋਂਗ ਕਰਦੇ ਸੀਗੇ, ਇਸ ਇਲਾਕੇ ਤੋਂ ਮਤਲਬ ਮਾਊਂਟੇਨਿੰਗ ਲਾ, ਉਹ ਵੀ ਐਵਰੇਸਟ ਬੇਸ ਕੈਂਪ ਲਈ, ਐਵਰੇਸਟ ਮਤਲਬ ਆਪਾਂ ਬੁੱਕਸ 'ਚ ਹੀ ਪੜ੍ਹਿਆ ਹੈ, ਦੂਰ ਤੱਕ ਸੋਚਿਆ ਨਹੀਂ ਹੈਗਾ। ਤੇ ਉਹਨਾਂ ਵੱਲੋਂ ਵੀ ਪਹਿਲਾ ਵਰਡ ਤਾਂ ਨਹੀਂ, ਬਿਲਕੁਲ ਵੀ ਨਹੀਂ। 3-4 ਦਿਨ ਮੈਂ ਬਾਰ-ਬਾਰ ਉਹਨੂੰ ਸਰਚ ਕਰਕੇ ਉਹਦੇ 'ਚੋਂ ਪੋਜ਼ੀਟਿਵ ਰਿਜ਼ਲਟਸ ਕੱਢ ਕੇ ਗੂਗਲ ਤੋਂ, ਕਿ ਦੇਖੋ ਕਿਸੇ ਅਮਰੀਕਾ ਦੇ ਬੱਚੇ ਨੇ ਕੀਤਾ ਹੈ, ਕਦੀ ਕਿਸੇ ਨੇ ਕੀਤਾ ਹੈ, ਆਪਾਂ ਜਿਹੜਾ ਸਪੋਰਟ ਕਰਨਾ ਆਪਣੀ ਬੇਟੀ ਨੂੰ, ਉਹ ਕਰ ਸਕਦੀ ਹੈ। ਇਹ ਜਦ ਮੈਂ ਸਭ ਕੁਝ ਦਿਖਾਇਆ ਉਹਨਾਂ ਨੂੰ, ਤਾਂ ਕਿਸੇ ਲੈਵਲ 'ਤੇ ਹੌਲੀ ਹਾਂ ਹੁੰਦੀ ਗਈ ਤੇ ਅਸੀਂ ਅੱਗੇ ਵੱਧਦੇ ਗਏ। ਮੈਨੂੰ ਇੱਦਾਂ ਲੱਗਦਾ ਹੈ ਕਿ ਜਦੋਂ ਮਾਤਾ ਪਿਤਾ ਨੇ ਇੱਦਾਂ ਦਾ ਕੁਝ ਸੋਚਣਾ ਹੁੰਦਾ ਤਾਂ ਇੱਕ ਬਹੁਤ ਹੀ ਹੈਵੀ ਡਿਸੀਜ਼ਨ ਹੁੰਦਾ, ਹਾਂਜੀ, ਪਰ ਉਹਨਾਂ ਨੂੰ ਆਪਣੇ ਦਿਲ ਦਿਮਾਗ ਨਾਲ ਸੋਚ ਕੇ ਪੂਰੀ ਤਰ੍ਹਾਂ ਪ੍ਰਿਪੇਅਰ ਹੋ ਕੇ ਆਪਣੇ ਬੱਚੇ ਨੂੰ ਅੱਗੇ ਵਧਾਉਣਾ ਚਾਹੀਦਾ, ਬਿਲਕੁਲ ਵੀ ਪਿੱਛੇ ਨੂੰ ਹਟਾਉਣਾ ਨਹੀਂ ਚਾਹੀਦਾ, ਕਿਉਂਕਿ ਜਦੋਂ ਇੱਕ ਬੱਚੇ ਨੂੰ ਪੇਰੈਂਟਸ ਵੱਲੋਂ ਨਾ ਹੁੰਦੀ ਹੈ ਫਿਰ ਉਹ ਉਸਦੇ ਮਨ 'ਚ ਡਰ ਬੈਠ ਜਾਂਦਾ ਹੈ ਨਾ। ਜੈਸੇ ਕਿ ਸਾਨਵੀ ਪਾपा मम्मी ने पूरा सपोर्ट किया, तो पहले तो चलो थोड़ा, है ना, पेरेंट्स डरते ही हैं, उन्होंने बात की होगी भी नहीं अभी छोटी है, जब उन्होंने कहा कि चलो अब करना है तो बस फिर उस टाइम मन में ऐसा चला कि मैंने सही कहा, सही बताया मम्मी पापा को, क्या मन में यही था कि वाओ आई एम सो हैप्पी कि चलो मानी गई मेरी बात? तब मैं लाइक जब मुझे पता चला कि हम जा सकते हैं तो मैं बहुत खुश हुई थी, क्योंकि वो फर्स्ट, मैं बहुत छोटी थी वो, और लाइक मेरा फर्स्ट ट्राई था जी। तो मैं माउंट एवरेस्ट बेस कैंप गई तो वहाँ से मुझे बहुत सीखने को भी मिला, मैंने एडवेंचर भी बहुत किया और वहाँ पे मज़े भी बहुत ज़्यादा आए थे। तो वहाँ से लाइक मुझे बहुत अच्छा लगा, तो हमने इसलिए मतलब उसको कंटिन्यू किया।
ਹੁਣ ਮੈਂ ਸਾਨੂ ਨੂੰ ਸਪੋਰਟ ਕਰਦਾ ਹੈ ਇਸ ਲਈ ਕਿਉਂਕਿ ਸਾਨੂ ਨੇ ਵੀ ਮੇਰੇ ਡ੍ਰੀਮਸ ਨੂੰ ਸਪੋਰਟ ਕੀਤਾ। ਅਗਰ ਅਸੀਂ ਪਹਿਲੀ ਪੀੜ੍ਹੀ ਦੇ ਗਏ, ਦੂਜੀ ਦੇ ਗਏ, ਤੇ ਮੇਰੇ ਵੀ ਡ੍ਰੀਮਸ ਹੋਏ ਕਿ ਬੱਚੇ ਨੂੰ ਆਹ ਕਰਾਉਣਾ ਹੈ। ਹੁਣ ਉਹ ਮੈਨੂੰ ਲੱਗਦਾ ਕਿ ਸਾਨੂ ਮੈਨੂੰ ਸਪੋਰਟ ਕਰਦੀ ਹੈ। ਅਗਰ ਮੈਂ ਕਹਿੰਦਾ ਜਿੱਦਾਂ ਉੱਦਾਂ ਸੋਚਦੀ ਹੈ, ਉੱਦਾਂ ਉਹ ਸਰਚ ਕਰਦੀ ਹੈ। ਅਗਰ ਮੈਂ ਕੁਝ ਸਰਚ ਕਰਕੇ ਉਹਨੂੰ ਦੱਸਦਾ ਹੈ ਤਾਂ ਉਹਦੇ ਉੱਪਰ ਅੱਗੇ ਉਹ ਡੀਪ ਸਰਚ ਕਰਦੀ ਹੈ। ਜੀ ਪਾਪਾ ਬਿਲਕੁਲ। ਹਾਂ ਇਦਾਂ ਨਹੀਂ, ਪਾਪਾ ਇਦਾਂ ਮੈਂ ਆਹ ਸਟੱਡੀ ਕੀਤਾ ਹੈ। ਤਾਂ ਫਿਰ ਇੱਕ ਦੂਜੇ ਦੇ ਕਰਕੇ ਆਪਾਂ ਨੂੰ ਪੋਜ਼ਿਟਿਵਿਟੀ ਮਿਲਦੀ ਹੈ। ਸਰ ਜਿਵੇਂ ਮੈਂ ਸੁਣਿਆ ਹੈ ਕਿ ਸਾਨਵੀ ਦੇ ਦਾਦਾ ਜੀ ਬਹੁਤ ਸਪੋਰਟਿਵ ਸੀ। ਹਾਂਜੀ। ਮੈਂ ਚਾਹੂੰਗੀ ਕਿ ਤੁਸੀਂ ਉਹਨਾਂ ਦੇ ਖਿਆਲ, ਉਹਨਾਂ ਬਾਰੇ ਦੱਸੋ ਕਿ ਉਹਨਾਂ ਦੀ ਕੀ ਪ੍ਰਾਪਤੀਆਂ ਸੀ ਤੇ ਲਾਈਕ ਉਹਨਾਂ ਨੇ ਸਾਨਵੀ ਬਾਰੇ ਕੀ ਸੋਚਿਆ ਸੀ। ਸਾਨੂ ਨੇ ਆਪਣੇ ਗ੍ਰੈਂਡਫਾਦਰ ਨਾਲ ਬਹੁਤ ਜ਼ਿਆਦਾ ਟਾਈਮ ਸਪੈਂਡ ਨਹੀਂ ਕੀਤਾ, 5-6 ਇਅਰਸ ਕੀਤਾ। Okay. ਬਟ ਉਹ ਟਾਈਮ ਇੱਦਾਂ ਦਾ ਸੀਗਾ ਜਿੱਦਾਂ ਕਹੀਏ ਨਾ, ਮਤਲਬ ਮੈਂ ਫਾਦਰ ਹੈ ਲੇਕਿਨ ਉਹ ਗ੍ਰੈਂਡਫਾਦਰ ਹੈ। ਗ੍ਰੈਂਡਫਾਦਰ ਦਾ ਹੋਰ ਵੀ ਆਪਣੇ ਬੱਚਿਆਂ ਨਾਲ, ਅੱਗੇ ਬੱਚਿਆਂ ਦੇ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਬਹੁਤ ਹੁੰਦਾ ਜ਼ਿਆਦਾ ਹੈ। ਪਿਆਰ ਹੁੰਦਾ ਹੈ। ਤੇ ਮੇਰੇ ਫਾਦਰ ਨੇ ਹਮੇਸ਼ਾ ਆਪਣੀ ਲਾਈਫ ਫੀਲਡ ਵਿੱਚ ਹੀ ਬਿਤਾਈ ਹੈ। ਹੁਣ ਉਹ ਇੰਨਾ ਜ਼ਿਆਦਾ ਅਸੀਂ ਕੰਸਟਰਕਸ਼ਨ ਬੈਕਗਰਾਊਂਡ ਤੋਂ ਕਰਦੇ ਆ ਤੇ ਉਹ ਮੋਸਟਲੀ ਹਿਲੀ ਟੈਰਨਸ ਵਗੈਰਾ ਸਾਡੀ ਸਾਈਟਸ ਵਗੈਰਾ ਸੀ, ਕਾਫੀ ਰਿਮੋਟ ਏਰੀਆ 'ਚ। ਕਾਫੀ ਉਹਨਾਂ ਨੂੰ ਪੈਦਲ ਚੱਲਣਾ ਪੈਂਦਾ ਸੀਗਾ। 2-2 ਮਹੀਨੇ 3-3 ਮਹੀਨੇ ਮਤਲਬ ਬਾਹਰ ਟੈਂਟਸ 'ਚ ਹੀ ਰਹਿੰਦੇ ਸੀ ਵਰਕ ਸਾਈਟਸ ਦੇ ਉੱਪਰ। ਤੇ ਅੱਜ ਮੈਨੂੰ ਐਂ ਲੱਗਦਾ ਹੈ ਕਿ ਸ਼ਾਇਦ ਉਹ ਜਿੰਨਾ ਸਮਾਂ ਉਹਨਾਂ ਨੇ ਪਹਾੜਾਂ 'ਚ ਬਿਤਾਇਆ, ਸ਼ਾਇਦ ਉਹਨਾਂ ਦੀ ਬਲੈਸਿੰਗਸ ਕਰਕੇ ਮੈਂ ਆਪਣੇ ਆਪ ਨੂੰ ਫੀਲ ਕਰਦਾ। ਮੈਂ ਕਈਆਂ ਨੂੰ ਕਹਿੰਦਾ ਵੀ ਹੈ ਸ਼ਾਇਦ ਉਹੀ ਸਾਨੂੰ ਪਹਾੜਾਂ 'ਚ ਬੁਲਾਉਂਦੇ ਆ ਤੇ ਸਾਨੂੰ ਇੰਨਾ ਵੱਡਾ ਆਸ਼ੀਰਵਾਦ ਦਿੰਦੇ ਆ ਕਿ ਵੱਡਿਆਂ ਦੇ ਆਸ਼ੀਰਵਾਦ ਦੇ ਨਾਲ ਹੀ ਆਪਾਂ ਅੱਗੇ ਵਧ ਸਕਦੇ ਆ। ਤੇ ਅੱਜ ਜੋ ਵੀ ਮੈਂ ਹੈਗਾ ਆਪਣੇ ਮਾਂ ਪਿਓ ਦੇ ਆਸ਼ੀਰਵਾਦ ਕਰਕੇ ਹੀ ਹੈ। ਤੇ ਅੱਜ ਉਹ ਸਾਡੇ 'ਚ ਇੱਥੇ ਤਾਂ ਨਹੀਂ ਹੈਗੇ ਬਟ ਉਹਨਾਂ ਦਾ ਜਿਹੜਾ ਉੱਪਰੋਂ ਆਸ਼ੀਰਵਾਦ ਹੈ ਉਹਨਾਂ ਕਰਕੇ ਹੀ ਸਾਨਵੀ ਅੱਗੇ ਦੇ ਅੱਗੇ ਮੱਲਾਂ ਮਾਰ ਰਹੀ ਹੈ। ਬਿਲਕੁਲ ਸਰ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਹਨਾ ਉਹ ਪੈਦਲ ਤੁਰਦੇ ਸੀ ਹਨਾ, ਤੇ ਮੈਨੂੰ ਲੱਗਦਾ ਹੈ ਜੇ ਅੱਜ ਕੱਲ੍ਹ ਦੇ ਟਾਈਮ ਦੀ ਗੱਲ ਕਰੀਏ ਤਾਂ ਬੱਚੇ ਨੂੰ ਪੈਦਲ ਤੁਰਨਾ ਬਹੁਤ ਔਖਾ ਲੱਗਦਾ ਹੈ। ਅਗਰ ਆਪਾਂ ਛੋਟੇ ਬੱਚੇ ਨੂੰ ਜਾਂ ਸਾਨਵੀ ਦੇ ਏਜ ਦੇ ਬੱਚੇ ਨੂੰ ਕਹਿੰਦੇ ਹਾਂ ਕਿ ਆਪਾਂ ਇੱਥੇ ਤੱਕ ਪੈਦਲ ਵੀ ਤੁਰ ਕੇ ਜਾਣਾ ਹੈ ਤਾਂ ਹਰ ਕੋਈ ਕਹਿੰਦਾ ਕਿ ਆਪਾਂ ਜਾਂ ਤਾਂ 2 ਵੀਲਰ ਦੀ ਜਾਂ 4 ਵੀਲਰ ਦੀ ਜਾਂ ਕੁਛ ਵੀ ਹੈ ਨਾ ਯੂਜ਼ ਕਰੀਏ, ਵੀ ਅਸੀਂ ਪੈदल नहीं तुरांगे। बिल्कुल। सो सानवी सोचा मन में कि जाना है मेरे को, इतना चलना है ना, भी चलो भाग के दिखाना है, अब सबको करके दिखाऊंगी। तो बाकी बच्चों को, अपने फ्रेंड्स को, आज की जनरेशन को आप कैसे मोटिवेट करोगे? जैसे कि अब मैंने माउंटेन्स किए हैं तो उससे भी काफ़ी बच्चे मुझसे मोटिवेट हुए हैं। और मैं ऐसी जितने भी लोग होते हैं मैं उनको मोटिवेट करती रहूँगी। जी। और जो भी उन्होंने ड्रीम सोचा है उनको वो ड्रीम ट्रू करना चाहिए। मतलब ਕਈ ਵਾਰ ਬੱਚਿਆਂ ਦੇ ਮਨ ਵਿੱਚ ਬਹੁਤ ਕੁਝ ਹੁੰਦਾ ਹੈ ਨਾ, ਜਿਵੇਂ ਅਗਰ ਇੱਕ ਛੋਟਾ ਬੱਚਾ ਹੈ ਤੇ ਜੇ ਉਹ ਛੋਟੇ ਹੁੰਦੇ ਤੋਂ ਡ੍ਰੀਮ ਰੱਖਦਾ ਹੈ, ਅਗਰ ਸਾਨਵੀ ਦੀ ਏਜ ਤੋਂ 7 to 8 ਇਅਰਸ 'ਚ ਡ੍ਰੀਮ ਬਣਾ ਲੈਂਦਾ ਹੈ ਕਿ ਮੈਂ ਕਰਕੇ ਦਿਖਾਣਾ ਹੈ, ਕਈ ਵਾਰ ਉਹਨੂੰ ਫੈਮਿਲੀ ਸਪੋਰਟ ਨਹੀਂ ਮਿਲਦਾ ਜਾਂ ਆਪਣੀ ਸੁਸਾਇਟੀ ਕੁਝ ਅਜਿਹੀਆਂ ਗੱਲਾਂ ਕਹਿ ਦਿੰਦੀ ਹੈ ਕਿ ਉਹ ਬੱਚੇ ਦੇ ਮਨ 'ਚ ਘਰ ਕਰ ਜਾਂਦੀਆਂ ਨੇ ਹਨਾ, ਜਾਂ ਪੇਰੈਂਟਸ ਨੂੰ ਇਹ ਡਰ ਲੱਗਦਾ ਹੈ ਕਿ ਸਾਡੇ ਬੱਚੇ ਨਾਲ ਕੁਝ ਗਲਤ ਨਾ ਹੋ ਜਾਏ। ਲਾਈਕ ਅਗਰ ਅੱਜ ਕੱਲ੍ਹ ਗਰਲਸ ਦੇ ਹਨਾ, ਜਿਵੇਂ ਸਾਨਵੀ ਨੇ ਗੱਲ ਕੀਤੀ ਕਿ ਮੈਂ ਗਰਲ ਐਮਪਾਵਰਮੈਂਟ ਹਨਾ ਬਹੁਤ ਸਪੋਰਟ ਕਰਦੀ ਹਾਂ ਤੇ ਉਸ ਚੀਜ਼ ਨੂੰ ਲੈ ਕੇ ਲੋਕਾਂ ਨੂੰ ਅਵੇਅਰ ਕਰਦੀ ਹਾਂ। ਅੱਜ ਕੱਲ੍ਹ ਦਾ ਟਾਈਮ ਹੈ ਕਿ ਸਭ ਕਹਿੰਦੇ ਆ ਕਿ ਗਰਲਸ ਨੂੰ ਸੇਫ ਰਹਿਣਾ ਚਾਹੀਦਾ ਹੈ, ਕਿ ਆਪਾਂ ਦੇਖਦੇ ਹਾਂ ਵੀ ਬਹੁਤ ਕੁਝ ਹੁੰਦਾ ਹੈ ਨਾ, ਗਰਲਸ ਨੂੰ ਕਹਿੰਦੇ ਆ ਵੀ ਤੁਸੀਂ ਇਕੱਲੇ ਨਾ ਜਾਓ, ਮਤਲਬ ਧਿਆਨ ਰੱਖੋ ਹਨਾ, ਆਪਣੀ ਸੇਫਟੀ ਤੁਹਾਡੇ ਆਪਣੇ ਹੱਥ ਵਿੱਚ ਹੈ, ਵੀ ਬਹੁਤ ਕੁਝ ਗਲਤ ਹੋ ਸਕਦਾ ਹੈ। ਤੁਸੀਂ ਸਾਨਵੀ ਨੂੰ ਇਹਨਾਂ ਚੀਜ਼ਾਂ ਨੂੰ ਲੈ ਕੇ ਕਿੱਦਾਂ ਸਟਰੋਂਗ ਬਣਾਇਆ ਕਿ ਉਹਦੇ ਮਨ ਵਿੱਚ ਇੰਨੀ ਹਿੰਮਤ ਆਈ, ਉਹ ਇੰਨਾ ਉੱਚਾ ਪਹੁੰਚੀ ਤੇ ਕਿ ਲਾਈਕ ਉਹਦੇ ਮਨ ਵਿੱਚ ਕੋਈ ਡਰ ਨਹੀਂ ਹੈ, ਬਿਲਕੁਲ ਸ਼ਾਂਤੀ ਹੈ? ਮੈਂ ਨਾ ਸਭ ਤੋਂ ਪਹਿਲਾਂ ਤਾਂ ਇਹ ਕਹੂੰਗਾ, ਦੇਖੋ ਹਰ ਫਾਦਰ ਹੀ ਸਪੋਰਟਿਵ ਹੁੰਦਾ ਹੈ ਜੀ। ਇਹ ਨਹੀਂ ਕਿ ਤੁਹਾਡੇ ਕੋਲ ਮਤਲਬ ਕਈ ਵਾਰ ਲੋਕੀ ਕਈ ਵਾਰ ਸੋਚਦੇ ਆ ਕਿ ਉਹ ਅਫੋਰਡ ਕਰ ਸਕਦਾ ਤਾਂ ਇਸ ਕਰਕੇ ਜ਼ਿਆਦਾ ਸਪੋਰਟਿਵ ਹੈ, ਬਟ ਮੈਨੂੰ ਐਵੇਂ ਲੱਗਦਾ ਅਗਰ ਕੋਈ ਵੀ ਪੇਰੈਂਟ ਹੈ, ਕੋਈ ਵੀ ਫਾਦਰ ਹੈ, ਚਾਹੇ ਕੋਈ ਰਿਕਸ਼ਾ ਹੀ ਚਲਾ ਰਿਹਾ, ਬਟ ਮੈਨੂੰ ਲੱਗਦਾ ਉਹਦੇ ਲਈ ਵੀ ਆਪਣੇ ਬੱਚਿਆਂ ਲਈ ਉਨਾ ਹੀ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ, ਉਨਾ ਹੀ ਉਹਦੀ ਉਹ ਡ੍ਰੀਮਸ ਪੂਰਾ ਕਰਨ ਲਈ ਚਾਹੁੰਦਾ ਹੈ। ਹਰ ਪੇਰੈਂਟਸ ਚਾਹੇ ਕੁਛ ਵੀ ਹੈ। ਤੇ ਜਿੱਥੇ ਤੁਸੀਂ ਨੈਕਸਟ ਮੈਨੂੰ ਪੁੱਛ ਰਹੇ ਹੋ ਕਿ ਸਾਨਵੀ ਨੂੰ ਮੈਂ ਨਾ ਇੱਕ ਇੰਡੀਪੈਂਡੈਂਟ ਗਰਲ ਚਾਹੁੰਦਾ ਹੈ, ਠੀਕ ਹੈ, ਉਹ ਮੇਰੀ ਬੇਟੀ ਹੈ, ਉਹ ਮੈਨੇਜ ਕਰ ਲੇਗੀ। ਮਤਲਬ ਮੈਂ ਤਾਂ ਉਹਨੂੰ ਚਾਹੁੰਦਾ ਜਿੰਨੇ ਮਤਲਬ ਇੰਡੀਪੈਂਡੈਂਟ ਟਾਸਕ ਜਿੰਨੇ ਵੀ ਹੈਗੇ ਆ ਡੇਲੀ ਰੂਟੀਨ ਦੇ ਅੰਦਰ ਬੜੇ ਟਾਸਕ ਹੁੰਦੇ ਆ ਜਿਹੜੇ ਮੈਂ ਸਾਨਵੀ ਤੋਂ ਮਤਲਬ ਚਾਹੇ ਇੰਡਾਇਰੈਕਟਲੀ ਚਾਹੇ ਡਾਇਰੈਕਟਲੀ ਮੇਰੇ ਤੋਂ ਕਰਵਾਉਂਦਾ ਰਹਿੰਦਾ ਹੈ। ਉਹਨੂੰ ਪਤਾ ਵੀ ਹੁੰਦਾ ਕਿ ਆਪਾਂ ਉਹਨਾਂ ਜਾਣ ਕੇ ਕਰਾ ਰਹੇ ਆ, ਬਟ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਨਾਲ ਹੋਰ ਸਟਰੋਂਗ ਬਣ ਰਹੀ ਹੈ ਡੇ ਬਾਏ ਡੇ। ਇਹ ਇੱਕ ਦਿਨ ਦੀ ਮਿਹਨਤ ਨਹੀਂ ਹੈਗੀ, ਤੁਸੀਂ ਰੈਗੂਲਰ ਅਗਰ ਉਹਨੂੰ ਲਾਈਫ ਵਿੱਚ ਰੱਖੋਗੇ ਤਾਂ ਯੂ ਵਿਲ ਬੀ ਮਤਲਬ ਤੁਹਾਨੂੰ ਵਰੀ ਘੱਟ ਹੋਏਗੀ ਅੱਗੇ। ਬਿਲਕੁਲ। ਤੇ ਕੁੜੀਆਂ ਦੀ ਗੱਲ ਅਗਰ ਅਸੀਂ ਗਰਲਸ ਦੀ ਗੱਲ ਕਰ ਰਹੇ ਆ, ਮਨ ਵਿੱਚ ਡਰ ਜ਼ਿਆਦਾ ਹੈ, ਠੀਕ ਹੈ, ਬਹੁਤ ਕੁਝ ਹੈਗਾ, ਸੋਸਾਇਟੀ 'ਚ ਬਹੁਤ ਕੁਝ ਗਲਤ ਹੋ ਰਿਹਾ ਹੈ, ਬਟ ਤੁਸੀਂ ਆਪਣੇ ਮਨ 'ਚੋਂ ਪਹਿਲਾਂ ਡਰ ਕੱਢੋ।
ਤੁਸੀਂ ਘਰ ਵਿੱਚ ਬੈਠ ਕੇ ਵੀ ਯਾਰ ਡਰ ਸੋਚਦੇ ਜ਼ਿਆਦਾ, ਇਹਨੂੰ ਤੁਸੀਂ ਜ਼ਿਆਦਾ ਸੋਚੋਗੇ ਫਿਰ ਡਰ ਜ਼ਿਆਦਾ ਲੱਗਦਾ ਵੀ ਹੈ। ਅਦਰ ਸੋਸਾਇਟੀ ਸਾਰੇ ਚੱਲ ਰਹੇ ਆ, ਤੁਸੀਂ ਨਾਲ ਲੱਗੇ ਚੱਲੋ, ਕੋਈ ਇਸ਼ੂ ਨਹੀਂ ਹੈਗਾ। ਪੇਰੈਂਟਸ ਦਾ ਬੱਚੇ ਤੇ ਟਰਸਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਕਿ ਇੱਕ ਬੱਚਾ ਜਦੋਂ ਕੋਈ ਮੁਕਾਮ ਹਾसिल करता है तो अपने पेरेंट्स का ट्रस्ट जितता है ना, तो बहुत सोहनी तो वड्डी गल है। सानवी जैसे अब बात करते हैं इक्वलिटी की, है ना, भी सब इक्वल हैं, चाहे बॉयज़ हैं चाहे गर्ल्स हैं, कहते हैं कि इक्वल है ना। तो आपके पेरेंट्स ने आपको बहुत सपोर्ट किया, पर कई गर्ल्स हैं जिनकी इच्छाएं, जिनके मन की बातें दबी की दबी रह जाती हैं, है ना। तो मतलब जैसे कहने में, बातों में सब कह देते हैं कि चलो ये इक्वल तो हैं लड़का और लड़की, पर वो प्रैक्टिकली करने में उनको इक्वल नहीं समझते हैं। तो उसके बारे में आप क्या सोचते हो? गर्ल्स कर सकती हैं, उनको लाइक कोई भी चीज़ है जो भी उनको करना अच्छा लगता है वो कर सकती हैं। भी अगर बॉयज़ कर सकते हैं तो गर्ल्स भी कर सकती हैं, लड़कियां भी कम नहीं है। गर्ल्स ਜ਼ਿਆਦਾ ਕਰ ਸਕਦੀਆਂ, ਮੈਨੂੰ ਐਂ ਲੱਗਦਾ ਹੈ, ਚਾਹੇ ਮੈਂ ਆਪਣੀ ਵਾਈਫ ਨੂੰ ਦੇਖਾਂ, ਮੈਨੂੰ ਲੱਗਦਾ ਗਰਲਸ ਆਰ ਮੋਰ ਸਟਰੋਂਗਰ। ਇਹ ਸੱਚ ਹੈ ਇੱਕ ਗੱਲ। सर जे अज की गल करिए ना, तो एक नारी बहुत अगे है, बिल्कुल, है ना। क्योंकि एक जो विमेन होती है उसके मन में बहुत कुछ चलता है। बिल्कुल, औरत नूं एक देवी भी कहा जाता है ना, लोग पूजते ने देवी नूं, ते औरत दा सन्मान बहुत वड्डा है, बहुत उच्चा है ना। कि आप जैसे अपने मम्मा को देखते हो घर पे, मम्मा सारा कुछ मैनेज करती है, मम्मा घर भी मैनेज करती है, सारी रिस्पॉन्सिबिलिटीज़ उठाती है, आपकी डाइट भी मैनेज करती है। तो आप क्या सोचते हो, भी मेरी मम्मा थक जाती होगी, मम्मा के बारे में आपके मन में क्या फीलिंग्स चलती हैं? मेरी मम्मा बहुत हार्ड वर्किंग है और मतलब सारी रिस्पॉन्सिबिलिटीज़ अपनी पूरी करती हैं। लाइक जो भी काम होता है मुझे हर टाइम सपोर्ट करती है। मेरी सिबलिंग्स भी हैं तो उनका भी बहुत अच्छे से ध्यान रखते हैं हर टाइम मेरा। लाइक स्टडीज़ भी जब मैं जाती हूँ, मतलब मेरे जब मैं आती हूँ फिर वो सारा मुझे मैनेज करवाती हैं। तो मैं मदर इज़ वेरी सपोर्टिव एंड आई एम थैंकफुल। बात करें तो 8 अगस्त को सानवी का बर्थडे आ रहा है। ओके, सानवी 12 इयर्स की हो जाएगी। ओके, तो सानवी को बर्थडे सेलिब्रेट करना कैसे पसंद है? मैं लाइक सुबह लाइक जब मैं अपना स्कूल जाती हूँ, बट जब मेरा बर्थडे वीकेंड्स को आता है तो मेरे पापा सोचते हैं कि उन्हें कोई सोशल कॉज किया जाए। तो लाइक हम जो नीडी पीपल होते हैं उनको जैकेट्स से देते हैं, लाइक जो भी है। और ऐसे ही मेरा बर्थडे फिर लाइक इवनिंग टाइमिंग्स को हम डिनर या पार्टी करते हैं। जिवें इहने कहा कि नीडी परसनस की हेल्प करते हैं, है ना। एक छोटे जे बच्चे तो 11 साल ਦੇ ਬੱਚੇ ਤੋਂ ਮੈਂ ਸੁਣ ਰਹੀ ਹਾਂ ਕਿ ਮੈਂ ਆਪਣਾ ਬਰਥਡੇ ਐਦਾਂ ਸੈਲੀਬ੍ਰੇਟ ਕਰਦੀ ਹਾਂ। ਕਿਉਂਕਿ ਸਾਹਮਣੇ ਵਸੇ ਨਾ ਮੈਂ ਬੜੇ ਟਾਸਕ ਕਰਦਾ ਹੈ। ਇਹ ਰਿਐਲਿਟੀ ਹੈ। ਅਸੀਂ ਮਤਲਬ ਐਵਰੀ ਮੰਥ ਜਦੋਂ ਵੀ ਸਾਡੇ ਤੋਂ ਹੋ ਸਕੇ ਕੋਈ ਨਾ ਕੋਈ ਅਸੀਂ ਟਾਸਕ ਕਰਦੇ ਹੀ ਹੈ। ਮਤਲਬ ਅਗਰ ਸਾਨੂੰ ਕੁਝ ਮਿਲਿਆ ਹੈ ਜੀ ਤਾਂ ਉਹ ਅਸੀਂ ਵੰਡੀਏ। ਜੇ ਕੁਝ ਹੈ ਤਾਂ ਅਸੀਂ ਅਗਰ ਅਸੀਂ ਪਰਮਾਤਮਾ ਨੇ ਹਿੰਮਤ ਬਖਸ਼ੀ ਹੈ ਕੁਝ ਦੇਣ ਦੀ, ਤੁਹਾਨੂੰ ਦੇਣਾ ਚਾਹੀਦਾ ਹੈ। ਔਰ ਮੈਨੂੰ ਲੱਗਦਾ ਅਗਰ ਮੈਂ ਪ੍ਰੈਕਟੀਕਲ ਚੀਜ਼ਾਂ ਉਹ ਕਰਦਾ ਆਪਣੇ ਬੱਚੇ ਨਾਲ, ਬਾਈ ਗੋਡ ਅੱਜ ਦੇਖੋ ਤੁਸੀਂ ਇਹ ਕੁਐਸਚਨ ਪੁੱਛਿਆ, ਇਹ ਕੋਈ ਆਪਣਾ ਸਕ੍ਰਿਪਟ ਦੇ ਨਾਲ ਤਾਂ ਆਪਾਂ ਚੱਲ ਨਹੀਂ ਰਹੇ, ਤੁਸੀਂ ਬੜਾ ਰੈਂਡਮ ਕੁਐਸਚਨ ਪੁੱਛਿਆ, ਬਟ ਅਗਰ ਮੈਂ ਉਹ ਚੀਜ਼ਾਂ ਕਰਦਾ ਆਪਣੇ ਬੱਚੇ ਨਾਲ ਤਾਂ ਸਾਨੂ ਨੇ ਇੰਨਾ ਮਤਲਬ ਪੋਜ਼ਿਟਿਵ ਹੋ ਕੇ ਉਹਨੂੰ ਆਨਸਰ ਦਿੱਤਾ ਤਾਂ ਮੈਨੂੰ ਹੋਰ ਪ੍ਰਾਊਡ ਫੀਲ ਹੋਇਆ ਕਿ ਉਹਨੇ ਬੋਲਿਆ, ਕਿਉਂਕਿ ਉਹ ਕਰਦੀ ਹੈ, ਇਹ ਦੇਖਦੀ ਹੈ, ਡੇਲੀ ਰੂਟੀਨ ਵਿੱਚ ਦੇਖਦੀ ਹੈ ਕਿ ਆਪਾਂ ਕਰਦੇ ਆ। क्योंकि कई बच्चे शौक रखते ने अपना बर्थडे बहुत वड्डे लैवल ते मनाना, है ना। तो कईयां नूं शौक हुंदा है कि एक सिंपल जा बर्थडे अपना वधिया सैलीब्रेट करिए। सानवी दा फर्स्ट बर्थडे सीगा ते मेरी पूरी फैमिली इनवाइटेड सी, मेरे फ्रेंड सर्कल पूरे फैमिली सब एवरीवन मतलब बिग गैदरिंग। ओके, ਤੇ ਇਹਨੂੰ ਸੈਕੰਡ ਬਰਥਡੇ ਆਇਆ ਤੇ ਅਸੀਂ ਸੋਚਿਆ ਕੀ ਕਰਨਾ ਹੈ, ਤਾਂ ਸਿਰਫ ਸਾਡਾ ਇਹ ਪਲਾਨ ਸੀ ਸੈਕੰਡ ਬਰਥਡੇ ਆ ਸੇਮ ਲੈਵਲ ਤੇ ਆਪਾਂ ਉਹਨੂੰ ਆਰਗੇਨਾਈਜ਼ ਕਰੂੰਗੇ, ਸੇਮ banquets, everything same, but that is only for needy people। schools ਦੇ different schools ਦੇ ਅਸੀਂ ਬੱਚੇ ਇਨਵਾਈਟ ਕੀਤੇ ਸੀਗੇ, ਕਈ ਬੈਗਰਸ ਮਤਲਬ ਸੀਗੇ, ਕਮ ਸੇ ਕਮ 100 ਦੀ ਗੈਦਰਿੰਗ ਸੀਗੀ ਜਿਨ੍ਹਾਂ ਨੂੰ ਅਸੀਂ ਉੱਥੇ ਸਰਵ ਕੀਤਾ ਪੂਰੀ ਫੈਮਿਲੀ ਨੇ ਮਿਲ ਕੇ। ਮੈਨੂੰ ਅਸੀਂ ਕਿ ਪਹਿਲਾ ਬਰਥਡੇ ਅਗਰ ਆਪਾਂ ਆਪਣੇ ਰਿਸ਼ਤੇਦਾਰਾਂ ਵਾਸਤੇ ਕਰ ਸਕਦੇ ਆ ਤੇ ਸੈਕੰਡ ਬਰਥਡੇ ਮਸਟ ਬੀ ਫॉर ਸਮ नीडी पीपल। ਤੇ ਆਹ ਚੀਜ਼ਾਂ ਅਸੀਂ ਆਪਣੀ ਫੈਮਿਲੀ 'ਚ ਕਰਦੇ ਆ। तो चलो सानवी वैसे बहुत शांत है, सबकी हेल्प करती है ना। तो सानवी घर पर कितनी हेल्प करती है, मम्मा की, दादी की, अपने सिबलिंग्स की? लाइक जब भी उनको हेल्प चाहिए होती है मैं ऑलवेज रेडी होती हूँ। ओके, हाँ जी, मतलब चाहे वो जैसी भी हेल्प हो जो मैं कर सकती हूँ मैं वो ज़रूर करती हूँ। जब आपको पता चला कि मेरे को अवार्ड मिलना है या बुक्स में मेरा नाम लिखा जाएगा, तो वो बात आपके मन में
क्या चल रहा था उस टाइम पे, मतलब आपने क्या सोचा? मैं मतलब काफ़ी खुश भी थी क्योंकि लाइक सारे लोग जो भी हैं वो लाइक बुक्स पढ़ते हैं, तो वो मेरे इवन मेरे फ्रेंड्स भी जो भी हैं वो देखते हैं, तो लाइक मुझे लाइक अच्छा भी लग रहा था और स्कूल में भी सब मुझसे पूछते हैं। ओके, और सानवी को और क्या क्या पसंद है, और क्या करती है सानवी? मैं और लाइक जितना भी मतलब मैं स्पोर्ट्स में करती हूँ वो लाइक स्पोर्ट्स में ज़्यादा हूँ, और लाइक मैं स्टडीज़ भी उतना ही करती हूँ, और लाइक मेरी हॉबीज़ हैं जो मैं डेली बेसिस पे कभी जब मैं फ्री होती हूँ मैं कर लेती हूँ, पेंटिंग होगी ओके, एंड और बाकी मैं अपना जितना भी फ्री टाइम होती हूँ अपने सिबलिंग्स के साथ ही। ठीक है। सानवी को कराटे भी पसंद है? हाँ जी, वो पहले ਸਵਿਮਿੰਗ ਵੀ ਕਰਦੀ ਹੈ ਸਾਨੂੰ, ਸਕੇਟਿੰਗ ਆਉਂਦੀ ਹੈ ਸਾਨੂੰ। ਇਜ਼ ਇਨ ਅ ਟੀਮ ਆਫ ਬਾਸਕਟਬਾਲ ਦੀ ਟੀਮ ਵਿੱਚ ਹੈ ਸਕੂਲ ਦੀ। ਉਹਨੇ 7 ਡੇਜ਼ ਆਫ ਹਾਕੀ ਆਲ ਇੰਡੀਆ ਹਾਕੀ ਖੇਲਣ ਲਈ ਹਾਕੀ ਖੇਲਣ ਗਈ ਸੀਗੀ। ਡਿਫਰੈਂਟ ਐਕਟੀਵਿਟੀਜ਼ ਹੈ ਇਹਨਾਂ, ਕੋਈ ਗੱਲ ਨਹੀਂ। ਸ਼ੀ ਇਜ਼ ਅ ਮਲਟੀਟਾਸਕਿੰਗ ਮਤਲਬ ਅਗਰ ਉਹ ਕਰ ਸਕਦੀ, ਅਗਰ ਮੈਂ ਸਪੋਰਟ ਕਰਕੇ ਉਹਨੂੰ ਟਾਈਮ ਮੈਨੇਜਮੈਂਟ ਹੈ, ਅਗਰ ਤੁਸੀਂ ਟਾਈਮ ਮੈਨੇਜਮੈਂਟ ਕਰਕੇ ਚੀਜ਼ਾਂ ਕਰ ਸਕਦੇ ਹੋ ਤਾਂ ਕਰੋ, ਕਰ ਸਕਦੇ ਹੋ। ਜੇਕਰ ਪੇਰੈਂਟਸ ਦਾ ਸਪੋਰਟ ਹੁੰਦਾ ਹੈ ਤੇ ਬੱਚਾ ਕੁਝ ਵੀ ਕਰ ਸਕਦਾ ਬਿਲਕੁਲ ਹੈ, ਬਿਲਕੁਲ। ਕਿਉਂਕਿ ਜਦੋਂ ਇੱਕ ਬੱਚਾ ਇਕੱਲਾ ਕਰਨ ਦਾ ਠਾਣਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਸ ਮੁਕਾਮ ਤੱਕ ਕਈ ਵਾਰ ਨਹੀਂ ਵੀ ਪਹੁੰਚ ਪਾਉਂਦਾ, ਜੇਕਰ ਉਹਦਾ ਜਿਹੜਾ ਪਿੱਛੇ ਦਾ ਸਪੋਰਟ ਹੈ ਉਹ ਕਾਫੀ ਵਧੀਆ ਹੋਵੇ ਤੇ ਨਾਲ ਚੱਲਣ ਵਾਲਾ ਬਿਲकुल ਹੋਵੇ, मैम। ਤੇ ਬੜੀ ਹੀ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਆਪਣੇ ਨਾਲ ਸਾਰੇ ਚੱਲਦੇ ਨੇ, हाँ जी। है ना। और सानवी, जैसे स्कूल में फ्रेंड्स मिलते हैं, है ना, तो मतलब प्रॉपर वैसे ही एक स्ट्रिक्ट स्कूल चलता है भी, चलो पहले स्पोर्ट्स क्लास चले गए, आफ्टर फिर स्टडी कर ली, क्या सानवी स्कूल में मस्ती भी करती है? लाइक जब लाइक मस्ती का टाइम होता है तब मस्ती भी सब लोग करते हैं, ठीक है। और लाइक बाकी जो लाइक प्रॉपर स्टडी टाइम होता है उसमें तो आप ऐसा कुछ करते नहीं। फ्रेंड्स तो बहुत होंगे सानवी के? हाँ जी, हाँ जी। ठीक है। अच्छा, जब जैसे मतलब है ना आप जाकर आए, आफ्टर फिर आपको आकर बहुत लोग मिलते होंगे, कॉन्ग्रेचुलेट करते होंगे कि आपने बहुत बढ़िया काम किया, है ना। ਵੱਡੇ ਤੋਂ ਵੱਡਾ ਤੇ ਛੋਟੇ ਤੋਂ छोटा, है ना, कोई ऐसी मेमोरी कि आपको आकर, है ना, किसी ने कॉन्ग्रेचुलेट किया और आपको कहा कुछ और आपने कहा कि मेरे मन में वो बात रह गई, भी बड़ा अच्छा लगा मेरे को, कोई भी ऐसी मेमोरी जो आपको याद हो? लाइक जब काफ़ी लोग मेरे पास आते हैं मुझे कॉन्ग्रेचुलेट करते हैं, मतलब एवरीवन, तो मैं उनसे बहुत लाइक मोटिवेट होती हूँ, और लाइक काफ़ी लोग अलग अलग बोलते हैं कि एक्सपीरियंस शेयर करो, तो मुझे बहुत अच्छा लगता है। ਇੱਕ ਅਜਿਹੀ ਉਪਲਬਧੀ ਹੈ ਨਾ ਜਿਸ ਨੂੰ ਸਾਰੀ ਉਮਰ ਹੀ ਯਾਦ ਰੱਖਿਆ ਜਾਵੇਗਾ, ਹਾਂਜੀ। ਭੁੱਲਣ ਵਾਲੀ ਤਾਂ ਗੱਲ ਹੀ ਨਹੀਂ ਹੈ ਬਿਲਕੁਲ। ਜਦੋਂ ਸਾਡਾ ਬੱਚਾ ਅਜਿਹੀ ਅਚੀਵਮੈਂਟ ਹਾਸਿਲ ਕਰਦਾ ਹੈ ਤਾਂ ਪੇਰੈਂਟਸ ਦੇ ਦਿਮਾਗ ਤੇ ਇਹ ਗੱਲ ਹੋ ਜਾਂਦੀ ਹੈ ਕਿ ਬਸ ਹੁਣ ਬੱਚਾ ਅੱਗੇ ਵੱਧਦਾ ਹੀ ਰਵੇ ਤੇ ਇਹਨੂੰ ਕਦੇ ਰੋਕਿਆ ਨਾ ਜਾਵੇ। ਤੇ ਸਰ ਤੁਹਾਡੇ ਮਾਈਂਡ 'ਚ ਵੀ ਇਹੀ ਚੱਲਦਾ ਹੋਏਗਾ ਕਿ ਬਸ ਹੁਣ ਸਾਨਵੀ ਵੱਧਦੀ ਹੀ ਜਾਵੇ ਤੇ ਬਸ ਪਿੱਛੇ ਨਾ ਹਟੇ। ਨਹੀਂ ਐਵੇਂ, ਚਲੋ ਉਹ ਪਰਮਾਤਮਾ ਦੀ ਮਿਹਰ ਚਾਹੀਦੀ ਹੈ, ਠੀਕ ਹੈ। ਮੈਂ ਸਪੋਰਟ ਕਰਨਾ ਹੈ, ਮਤਲਬ ਮੈਂ ਸਿਰਫ ਇੱਕ ਕੋਈ ਨਾ ਲਾਈ ਲੱਗ ਵੱਲ ਮੈਂ ਚੱਲਦਾ ਹੈ ਤੇ ਨਾ ਮੈਨੂੰ ਕੁਛ ਇਹ ਹੈ ਕਿ ਹਰ ਬੱਚੇ ਨੂੰ ਚਲੋ ਚਾਹੁੰਦੇ ਹੀ, ਪੇਰੈਂਟਸ ਚਾਹੁੰਦੇ ਹੀ ਹੈ ਕਿ ਵੱਧਦਾ ਰਵੇ, ਠੀਕ ਹੈ। ਮੈਂ ਉਹਨੂੰ ਸਪੋਰਟ ਕਰਾਂ, ਬਸ ਉਹ ਬੈਸਟ ਟੂ ਬੈਸਟ ਕਰੇ ਔਰ ਨੇਸ਼ਨ ਨੂੰ ਸਰਵ ਕਰੇ ਜੀ, ਨੇਸ਼ਨ ਨੂੰ ਸਰਵ ਕਰੇ। ਮੇਰਾ ਮਕਸਦ ਹੈਗਾ ਸਾਨਵੀ ਵੱਡੀਆਂ ਮੱਲਾਂ ਮਾਰੇ, ਲੇਕਿਨ ਆਪਣੇ ਦੇਸ਼ ਲਈ, ਆਪਣੇ ਉਹਨੂੰ ਕਿਸੇ ਨਾ ਕਿਸੇ, ਚਾਹੇ ਆਰਮੀ ਚਾਹੇ 에ਅਰ ਫੋਰਸ ਜਾ ਕੇ ਉਹਨੂੰ ਨੇਸ਼ਨ ਨੂੰ ਸਰਵ ਕਰੇ। ਜੀ ਬਿਲਕੁਲ, ਕਿਉਂਕਿ ਹੁਣ ਸਾਨਵੀ ਹੌਲੀ ਹੌਲੀ ਵੱਡੀ ਹੋਏਗੀ ਤੇ ਉਵੇਂ ਉਵੇਂ ਹੀ ਉਹਦਾ ਇੰਟਰਸਟ ਵੀ ਜਿਵੇਂ ਜਿਵੇਂ ਚਾਹੇ ਚੇਂਜ ਹੁੰਦਾ ਹੈ, ਕੁਝ ਵੀ ਆਪਣੇ ਮਨ ਦੇ ਅਕੋਰਡਿੰਗ ਚੱਲਦੀ ਜਾਏਗੀ। ਬਿਲਕੁਲ ਜੀ, ਬਹੁਤ ਵਧੀਆ ਗੱਲ ਹੈ। ਸਰ ਅੱਜ ਸਾਨਵੀ ਨਾਲ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਹੀ ਚੰਗਾ ਲੱਗਿਆ ਥੈਂਕ ਯੂ। ਤੇ ਮਤਲਬ ਅਸੀਂ ਸਾਨਵੀ ਨੂੰ ਸਾਰਾ ਕੁਝ ਪੁੱਛਿਆ, ਉਹਦਾ ਇੰਟਰਸਟ ਪੁੱਛਿਆ, ਹੈ ਨਾ, ਕੀ ਸਾਨਵੀ ਨੂੰ ਵਧੀਆ ਲੱਗਦਾ ਹੈ, ਕੀ ਸਾਨਵੀ ਕਰਦੀ ਹੈ ਨਾ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅੱਜ ਦਾ ਸਾਡਾ ਪ੍ਰੋਗਰਾਮ ਬੜਾ ਹੀ ਖਾਸ ਸੀ ਤੇ ਬੜਾ ਹੀ ਸੋਹਣਾ ਰਿਹਾ, ਤੇ ਤੁਸੀਂ ਦਾ ਅਨਮਿਊਟ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ। ਸਾਡਾ ਪ੍ਰੋਗਰਾਮ ਕੈਫੀਅਤ ਦਾ ਮੂਡਸ ਆਫ ਆਰਟ, ਇਸ ਦੇ ਨਾਲ ਹੀ ਅਸੀਂ ਤੁਹਾਨੂੰ ਜਲਦ ਹੀ ਨਵੇਂ ਪ੍ਰੋਗਰਾਮ ਨਾਲ ਮਿਲਾਂਗੇ। ਮੈਂ ਹਰਨੀਤ ਕੌਰ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਧੰਨਵਾਦ।